ਨੌਨ ਕਿਤੇ ਨਾ ਮੈਨੂੰ ਕੀ ਇਹਨੂੰ ਮੰਨਣਾ ਹੀ ਪੈਣਾ ਜੀ। ਕੋਈ ਗੱਲ ਨਹੀਂ, ਮਨਾਵਾਂਗੇ ਇਸ ਤਰ੍ਹਾਂ ਜਿੱਦਾਂ ਮਰਜ਼ੀ ਮਨਾਵਾਂਗੇ ਜੀ। ਹਰ ਕੋਈ ਜਿੱਦਾਂ ਵੀ ਆਪਣਾ ਕਿਸਾਨ ਦਾ ਪੁੱਤ ਆ, ਉਹਨਾਂ ਨੂੰ ਦਰਦ ਜਾਗਿਆ, ਦੁੱਖ ਹੋਇਆ ਹਾਂ ਵੀ ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ। ਜਿਹੜੀ ਕਿਸਾਨ ਦੀ ਫਸਲ ਆ, ਜਿੱਦਾਂ ਆਪਾਂ ਕਹਿੰਦੇ ਆਪਾਂ ਬੱਚਾ ਪਾਲਦੇ ਆ, ਇੱਦਾਂ ਕਿਸਾਨ ਆਪਣੀ ਫਸਲ ਨੂੰ ਬੱਚਿਆਂ ਦਾ ਨਹੀਂ ਪਾਲਦਾ। ਜੇ ਉਹਨੂੰ ਬਾਅਦ 'ਚ ਮੁੱਲ ਨਾ ਮਿਲੇ ਤੇ ਦੁੱਖ ਹੁੰਦਾ। ਮੈਂ ਉਹਨਾਂ ਜਿੰਨੇ ਅਰਜਨ ਪਾਰਟੀ ਆ, ਆਪਣੇ ਪਲੇਅਰ ਆ, ਰੈਸਲਰ ਆ, ਐਥਲੀਟ ਆ, ਪਹਿਲਵਾਨ ਕੋਈ ਵੀ ਆ, ਆਪਾਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਜਿਹੜੇ ਆਪਣੇ ਵੀ ਕਿਸਾਨਾਂ ਦੇ ਨਾਲ ਖੜੇ ਆ। ਕਬੱਡੀ ਪਲੇਅਰ ਕਰਕੇ ਸਾਰੇ ਲੋਕ ਜਾਣਦੇ ਹਨ, ਲੋਕੀ ਸਾਨੂੰ ਇੱਜ਼ਤ ਮਾਣ ਦਿੰਦੇ, ਜੋ ਕਿ ਇਹਨੂੰ ਪਿਆਰ ਨਾਲ ਅਸੀਂ ਸਤਿਕਾਰ ਨਾਲ ਗੱਲ ਕਹੀਦੀ ਆ। ਸਾਰੇ ਬਹੁਤ ਪ੍ਰੇਮ ਨਾਲ ਸਤਿਕਾਰ ਨਾਲ ਸਾਡੀ ਗੱਲ ਨੂੰ ਮੰਨਦੇ ਆ। ਇੱਦਾਂ ਦੀ ਕਦੀ ਕੋਈ ਗੱਲ ਨਹੀਂ ਹੋਈ। ਇਹ ਸਾਰੇ ਕਿਸਾਨੀ ਸੰਘਰਸ਼ ਸਾਰੇ ਲੋਕ ਸਮਝਦੇ ਆ, ਉਹ ਆਪਣਾ ਆਪਣਾ ਫਰਜ਼ ਨਿਭਾਉਣ, ਸਾਰੇ ਆਪਣੀ ਆਪਣੀ ਰੋਲ ਇੱਥੇ ਅਦਾ ਕਰਨਾ ਹੈ। ਜਿਹੜਾ ਪੋਲੀਟੀਕਲ ਲੋਕਾਂ ਨੇ ਸਾਡੇ ਵਿੱਚ ਬਾਰਡਰ ਖੜਾ ਕੀਤਾ ਸੀ ਨਾ, ਇਹਨੂੰ ਖਤਮ ਕਰਕੇ ਉਹ ਕਹਿੰਦੇ ਅਸੀਂ ਆਪ ਕਹਿੰਦੇ ਹਾਂ ਕਿ ਇੱਕ ਮਹਾਂ ਪੰਜਾਬ ਬਣਾਓ ਜਿਹਦੀ ਗੱਲ ਸੈਂਟਰ ਦੇ ਵਿੱਚ ਸੁਣੀ ਜਾਵੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਪੰਜਾਬ ਨੂੰ ਇੰਨੇ ਥਾਈਂ ਟੋਟੇ ਕਰ ਦਿੱਤੇ ਗਏ ਆ। ਸਾਡੇ ਕੋਲ MP ਦੀਆਂ ਸੀਟਾਂ 13 ਸਾਡੇ ਕੋਲ ਆ, ਤੇ 8 ਦੇ ਲਗਭਗ ਹਰਿਆਣੇ ਕੋਲ ਆ। ਉਹ ਜਿੱਦਾਂ ਸਾਡੀ ਸੁਣਵਾਈ ਘਟ ਗਈ ਆ, ਉਹ ਆਪ ਇਹ ਗੱਲ ਹਰਿਆਣੇ ਦੇ ਵੀਰ ਸਾਨੂੰ ਕਹਿ ਕੇ ਕਿ ਮਹਾਂ ਪੰਜਾਬ ਬਣਾਇਆ ਜਾਊਗਾ ਜਿਹਦੀ ਸੈਂਟਰ ਦੇ ਵਿੱਚ ਦੁਬਾਰਾ ਤੋਂ ਪਹਿਲ ਦੇ ਆਧਾਰ ਤੇ ਗੱਲ ਸੁਣੀ ਜਾਊਗੀ। ਦੇਖੋ ਜੀ, ਇਹ ਦੇਖੋ ਗੱਲ ਵੀ ਚਾਪਲੂਸੀ ਹੈ ਨਾ, ਜਾਂ ਕਹ ਲਓ ਜਿੰਨੇ ਹੁਣ ਜਿਹਦਾ ਨਾ ਆਪਣਾ ਹੁੰਦਾ ਕੋਈ ਕਰੀਅਰ, ਜਿਹਨੂੰ ਕੋਈ ਨਹੀਂ ਪਛਾਣਦਾ ਜਾਂ ਥੱਲੇ ਡਿੱਗ ਚੁੱਕਾ ਆ, ਉਹ ਆਪਣੇ ਆਪ ਨੂੰ ਜਿੱਦਾਂ ਕਹ ਲਓ ਵੀ ਸੁਰੱਖਿਆ ਜਾਉਣ ਲਈ ਇਹੋ ਜਿਹੇ ਮੁੱਦਿਆਂ 'ਤੇ ਬੋਲਦੇ ਆ, ਹੈ ਨਾ ਜੀ। ਵੀ ਉਹ ਹੁਣ ਕੰਗਰਾ ਦਾ ਉਹਦਾ ਟਾਈਮ ਲੰਘਿਆ ਹੋਇਆ ਜੀ, ਠੀਕ ਆ ਜੀ। ਉਹ ਹੁਣ ਚਾਪਲੂਸੀ ਕਰੂਗੀ ਸਰਕਾਰ ਦੀ, ਔਰ ਉਹਨੂੰ ਫੇਮ ਮਿਲੂਗਾ, ਜਾਂ ਉਹ ਭਾਲਦੀ ਹੋਊਗੀ ਵੀ ਮੈਂ ਸਿਆਸਤ ਆਉਣਾ, ਮੋਦੀ ਜੀ ਟਿਕਟ ਦੇਣੇ, ਕਿੱਦਾਂ ਵੀ ਉਹ ਜਿੱਦਾਂ ਲਾਗੇ ਹੋਣਾ ਮੰਨਦੀ ਆ। ਪਰ ਸਾਡੀਆਂ ਤੇ ਮਾਵਾਂ ਜੋ ਵੀ ਬੋਲੀ ਸਾਡੀ ਕਿਸਾਨੀ ਆ, ਮਾਵਾਂ ਬਰਾਬਰ ਸਾਡੀ ਮਾਵਾਂ ਧੀਆਂ ਭੈਣਾਂ ਸਾਰੇ ਆਏ ਹੋਏ ਆ। ਪਰ ਉਹ ਇਹ ਦਰਦ ਕਿਸਾਨ ਆ ਆਪਣੇ ਪੰਜਾਬੀ ਸਮਝ ਸਕਦੇ ਆ। ਉਹ ਤੇ ਕਹ ਲਓ ਵੀ ਇੱਕ ਬਹੁਤ ਘਟੀਆ ਉਹਨੇ ਹਰਕਤ ਕੀਤੀ ਆ, ਜਿਹਦਾ ਉਹਨੂੰ ਸਾਰੇ ਮੂੰਹ ਤੋੜਵਾ ਜਵਾਬ ਮਿਲ ਰਿਹਾ। ਤੁਸੀਂ ਦੇਖਦੇ ਸੋਸ਼ਲ ਮੀਡੀਆ 'ਤੇ ਸਾਰੇ ਉਹਨੂੰ ਜਿੱਦਾਂ ਉਹਦੀ ਰੈਸਟਾਂ ਪੂਰੀ ਉਹਦੀ ਚਲੋ ਬੇਇੱਜ਼ਤੀ ਹੋ ਰਹੀ ਹੈ। ਹਾਂਜੀ ਭਾਜੀ, ਇਹ ਤਾਂ ਹੈ ਜਿਹੜੀ ਕਬੱਡੀ ਪਿੰਡਾਂ ਦੀ ਖੇਡ ਆ, ਆਪਣੇ ਪੰਜਾਬੀਆਂ ਦੀ ਖੇਡ ਆ, ਮਾਂ ਖੇਡ ਕਬੱਡੀ ਆ। ਇਹ ਉਹਨਾਂ ਦੇ ਕੋਲ ਚੱਲੂ ਜਾਂ ਕਿਸਾਨਾਂ ਦੇ ਕੋਲ ਪੈਸਾ ਹੋਊ, ਉਹਨਾਂ ਨੂੰ ਉਹਦੀ ਫਸਲ ਦਾ ਮੁੱਲ ਮਿਲੂਗਾ ਤਾਂ ਹੀ ਸਾਡੀਆਂ ਖੇਡਾਂ ਹੋਣਗੀਆਂ। ਕਿਉਂਕਿ ਜੇ ਜੇਬ 'ਚ ਪੈਸੇ ਨਹੀਂ ਹੋਊ, ਖੇਡਾਂ ਕਾਹਦੇ ਨਾਲ ਚੱਲਣਗੀਆਂ। ਤੁਸੀਂ ਜੁੜ ਚੁੱਕੇ ਹੋ TV NRI ਦੇ ਨਾਲ ਤੇ ਮੈਂ ਹਾਂ ਇੰਦਰਜੀਤ ਸਿੰਘ ਚਾਲ। ਕਿਸਾਨੀ ਸੰਘਰਸ਼ਾਂ ਦਾ ਅੱਜ 12ਵਾਂ ਦਿਨ ਹੈ ਤੇ ਲਗਾਤਾਰ ਕਿਸਾਨਾਂ ਦੀ ਗਿਣਤੀ ਇਸ ਮਹਾਂ ਅੰਦੋਲਨ ਦੇ ਵਿੱਚ ਵੱਧਦੀ ਜਾ ਰਹੀ ਹੈ। ਅੱਜ ਵੀ ਵੱਡੀ ਗਿਣਤੀ ਵਿੱਚ ਕਿਸਾਨ ਇਸ ਅੰਦੋਲਨ ਦੇ ਵਿੱਚ ਪਹੁੰਚੇ ਨੇ। ਹੁਣ 9 ਤਰੀਕ ਨੂੰ ਫੈਸਲਾ ਕਾਨੂੰਨ ਮੀਟਿੰਗ ਹੋਣ ਵਾਲੀ ਹੈ। ਸਰਕਾਰ ਨੇ ਫੈਸਲਾ ਦੇਣਾ ਹੈ ਕਿ ਕਾਨੂੰਨ ਵਾਪਸ ਲੈ ਜਾਂਦੇ ਨੇ ਪਰ ਜਾਂ ਨਹੀਂ ਲੈ ਜਾਂਦੇ। ਤੇ ਖੇਡਾਂ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਵੀ ਇਸ ਅੰਦੋਲਨ ਦਾ ਵੱਡਾ ਹਿੱਸਾ ਬਣ ਰਹੀਆਂ ਨੇ, ਵੱਡਾ ਯੋਗਦਾਨ ਪਾ ਰਹੀਆਂ ਨੇ। ਕਈ ਅਰਜਨ ਅਵਾਰਡੀ ਖਿਡਾਰੀਆਂ ਨੇ ਆਪਣੇ ਜਿਹੜੇ ਅਵਾਰਡ ਦਿੱਤੇ ਸੀ ਕੇਂਦਰ ਸਰਕਾਰ ਨੂੰ, ਉਹਨਾਂ ਨੇ ਅਵਾਰਡ ਵਾਪਸ ਕਬੱਡੀ ਮੰਨੀ ਜਾਂਦੀ ਹੈ। ਉਸ ਦੇ ਵੀ ਇੱਥੇ ਇਹਨਾਂ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ, ਲਗਾਤਾਰ ਲਾਏ ਹੋਏ ਨੇ। ਹਾਲਾਂਕਿ ਇਹਨਾਂ ਦਿਨਾਂ ਵਿੱਚ ਪੰਜਾਬ ਦਾ ਜਿਹੜਾ ਕਬੱਡੀ ਸੀਜ਼ਨ ਆ ਪੂਰੇ ਜੋਬਨ 'ਤੇ ਹੁੰਦਾ ਹੈ, ਤੇ ਪਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਨਹੀਂ ਖੇਡ ਰਹੇ ਖਿਡਾਰੀ, ਸਗੋਂ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਰਹੇ ਨੇ। ਸਾਡੇ ਨਾਲ ਕਬੱਡੀ ਦੇ ਜਿਹੜੇ ਵੱਡੇ ਸਟਾਰ ਖਿਡਾਰੀ ਇਸ ਸਮੇਂ ਇੱਥੇ ਮੌਜੂਦ ਨੇ। ਸਾਰੇ ਖਿਡਾਰੀਆਂ ਨਾਲ ਗੱਲਬਾਤ ਕਰਾਂਗੇ। ਔਰ ਅੱਜ ਖਾਸ ਗੱਲ ਇਹ ਹੈ ਕਿ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਵਾਸਤੇ ਵੱਡੇ ਖਿਡਾਰੀ ਇਹ ਜਿਹੜੇ ਫਲ ਫਰੂਟ ਦਾ ਜਿਹੜਾ ਟਰੱਕ ਲੈ ਕੇ ਪਹੁੰਚੇ ਨੇ, ਉਸ ਦੇ ਉੱਪਰ ਵੀ ਗੱਲਬਾਤ ਹੋਵੇਗੀ ਤੇ ਕਬੱਡੀ ਦੇ ਉੱਪਰ ਵੀ ਗੱਲਬਾਤ ਹੋਵੇਗੀ। ਤੇ ਜਿਹੜੀ ਸ਼ੁਰੂਆਤ ਹੈ ਉਹ ਕਿਸਾਨੀ ਅੰਦੋਲਨ ਤੋਂ ਸ਼ੁਰੂ ਕਰਾਂਗੇ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਦਾ। ਭਾਜੀ ਤੁਸੀਂ ਅੱਜ ਇੱਕ ਉਪਰਾਲਾ ਕੀਤਾ ਹੈ ਤੇ ਕਿਸਾਨਾਂ ਵਾਸਤੇ ਫਲ ਫਰੂਟ ਲੈ ਕੇ ਆਏ ਹੋ, ਪਹਿਲਾਂ ਉਹਦੇ ਬਾਰੇ ਦੱਸੋ। ਭਾਈ ਜਿਹੜਾ ਫਲ ਫਰੂਟ ਆਇਆ ਤਾਂ ਬਾਬਾ ਨਾਨਕ ਜੀ ਨੇ ਲੰਗਰ ਚਲਾਇਆ ਦੀ 20 ਰੁਪਏ ਦਾ ਇਹ ਲੰਗਰ ਚੱਲ ਰਿਹਾ। ਇਹ ਧੰਨਵਾਦ ਕਰਦੇ ਹਾਂ ਸਾਡੇ ਬਾਹਰਲੇ ਪ੍ਰਮੋਟਰਾਂ ਵੀਰੀਆ ਸਪੋਰਟਸ ਕਲੱਬ ਦਾ, ਉਹਨਾਂ ਨੇ ਉੱਧਰੋਂ ਸਮਰਥਨ ਭੇਜਿਆ ਦੀ ਤੇ ਅਸੀਂ ਗਾਹਾਂ ਉਰੇ ਤੱਕ ਪਹੁੰਚਾਇਆ। ਇਹਨਾਂ ਦਿਨਾਂ ਵਿੱਚ ਕਬੱਡੀ ਦਾ ਬਹੁਤ ਵੱਡੇ ਮੁਕਾਬਲੇ ਹੁੰਦੇ ਆ, ਪਰ ਤੁਸੀਂ ਪਰਵਾਹ ਨਹੀਂ ਕੀਤੀ ਉਹਨਾਂ ਮੁਕਾਬਲਿਆਂ ਦੀ ਤੇ ਐਲਾਨ ਕਰਤਾ ਕਿ ਜਿੰਨਾ ਤੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਮੈਦਾਨਾਂ 'ਚ ਕਬੱਡੀਆਂ ਨਹੀਂ ਪਾਵਾਂਗੇ। ਹਾਂਜੀ ਭਾਜੀ, ਇਹ ਤਾਂ ਹੈ ਜਿਹੜੀ ਕਬੱਡੀ ਪਿੰਡਾਂ ਦੀ ਖੇਡ ਆ, ਆਪਣੇ ਪੰਜਾਬੀਆਂ ਦੀ ਖੇਡ ਆ, ਮਾਂ ਖੇਡ ਕਬੱਡੀ ਆ। ਇਹ ਉਹਨਾਂ ਦੇ ਕੋਲ ਚੱਲੂ ਜਾਂ ਕਿਸਾਨਾਂ ਦੇ ਕੋਲ ਪੈਸਾ ਹੋਊ, ਉਹਨਾਂ ਨੂੰ ਉਹਦੀ ਫਸਲ ਦਾ ਮੁੱਲ ਮਿਲੂਗਾ ਤਾਂ ਹੀ ਸਾਡੀਆਂ ਖੇਡਾਂ ਹੋਣਗੀਆਂ। ਕਿਉਂਕਿ ਜੇ ਜੇਬ 'ਚ ਪੈਸੇ ਨਹੀਂ ਹੋਊ, ਖੇਡਾਂ ਕਾਹਦੇ ਨਾਲ ਚੱਲਣਗੀਆਂ। ਤੇ ਬਿਲਕੁਲ ਜੀ, ਤੇ ਕੋਚ ਸਾਹਿਬ ਵੀ ਨੇ ਸਾਡੇ ਨਾਲ, ਉਹਨਾਂ ਨਾਲ ਵੀ 1-2 ਮਿੰਟ ਜ਼ਰੂਰ ਗੱਲਬਾਤ ਕਰਾਂਗੇ। ਕੋਚ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਬੈਲੇ ਆ, ਇਹਨਾਂ ਨੇ ਕਾਲੇ ਬੈਲੇ ਆ, ਇਹ ਵਾਪਸ ਕੀਤੇ ਜਾਣ ਜੀ ਤੇ ਕਿਸਾਨਾਂ ਨੂੰ ਇਨਸਾਫ ਮਿਲੇ ਜੀ। ਪਰ ਸਰਕਾਰ ਦਾ ਕੋਈ ਇਸ ਵੱਲੋਂ ਕੋਈ ਉਹਨਾਂ ਦੇ ਵੱਲੋਂ ਚੰਗਾ ਹੰਗਾਰਾ ਨਹੀਂ ਆਇਆ, ਮੰਨ ਰਹੀ ਮੋਦੀ ਸਰਕਾਰ।
ਇਹ ਮੰਨੂਗੀ 9 ਨੂੰ ਮੰਨੂਗੀ, 9 ਨੂੰ ਕਿਦਾਂ ਮੰਨੂਗੀ, ਇਹਨੂੰ ਮੰਨਣਾ ਹੀ ਪੈਣਾ ਜੀ। ਕੋਈ ਗੱਲ ਨਹੀਂ, ਮਨਾਵਾਂਗੇ ਇਸ ਤਰ੍ਹਾਂ ਜਿੱਦਾਂ ਮਰਜ਼ੀ ਮਨਾਵਾਂਗੇ ਜ਼ਰੂਰ ਇਹਨੂੰ। ਕੂਲ ਸਾਹਿਬ ਕਹਿੰਦੇ ਜਿੱਦਾਂ ਜਿਹੜਾ ਵੀ ਤਰੀਕਾ ਮਰਜ਼ੀ ਵਰਤਣਾ ਪਵੇ ਇਹਨਾਂ ਨੂੰ ਜ਼ਰੂਰ ਮਨਾਵਾਂਗੇ ਕੇਂਦਰ ਸਰਕਾਰ ਨੂੰ। ਤੇ ਸੰਦੀਪ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ, ਕਬੱਡੀ ਦੇ ਵੱਡੇ ਸਟਾਰ ਖਿਡਾਰੀ ਨੇ। ਸੰਦੀਪ ਜੀ ਪਹਿਲਾਂ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੈਂ ਵੀ NRI TV ਦੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਤੇ ਕਿਸਾਨਾਂ ਦੇ ਮੁੱਦੇ ਤੇ ਇੱਥੇ ਤੁਸੀਂ ਕਵਰ ਕਰ ਰਹੇ ਆ, ਸਾਰੇ ਦੁਨੀਆ ਨੂੰ ਤੁਸੀਂ ਜੋ ਹੋ ਰਿਹਾ ਉਹ ਦਿਖਾ ਰਹੇ ਆ। ਸੰਦੀਪ ਭਾਜੀ ਤੁਸੀਂ ਅੱਜ ਕਿਸਾਨਾਂ ਵਾਸਤੇ ਉਹਨਾਂ ਦਾ ਖੁਰਾਕ ਵੀ ਲੈ ਕੇ ਆਏ ਹੋ, ਪਹਿਲਾਂ ਉਹਦੇ ਬਾਰੇ ਦੱਸੋ ਥੋੜਾ। ਦੇਖੋ ਜੀ, ਸਾਡਾ ਜੋ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਜੀ, ਸਾਡਾ ਬਾਬਾ ਸੁਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ, ਸਾਡੀ ਆਪਣੀ ਟੀਮ ਹੈ, ਉਹਦੇ ਸਾਰੇ ਸਪਾਂਸਰਾਂ ਵੱਲੋਂ ਤੇ ਅੱਜ ਹੀ ਫਰੂਟ ਦਾ ਬੇਰੀਆ ਲੋਂਸ ਕਬੱਡੀ ਕਲੱਬ ਕੈਲੀਫੋਰਨੀਆ, ਸਾਡੇ ਬੌਸ ਬਲਜੀਤ ਸੰਧੂ ਹੋਣਾ ਵੱਲੋਂ, ਉਹਦਾ ਜਿੰਨੇ ਨਾਲ ਸਪਾਂਸਰ ਆ, ਪ੍ਰਮੋਟਰ ਇੱਕ ਟੀਮ ਆ, ਉਹਨਾਂ ਨੇ ਸਾਨੂੰ ਮਾਇਆ ਭੇਜੀ ਸੀਗੀ। ਤੇ ਅਸੀਂ ਉਹ ਜਿੱਦਾਂ ਵੀ ਆਪਣੀ ਬਣਦੀ ਜ਼ਿੰਮੇਵਾਰੀ, ਸੁਲਤਾਨ ਦੇ ਡੈਡੀ ਭਲਵਾਨ ਜੀ ਸਰਦਾਰ ਪ੍ਰੀਤ ਸਿੰਘ ਸੌਂਸਪੁਰ, ਉਹ ਆਪਣੇ ਸੇਵਾ ਨਿਭਾ ਰਹੇ ਆ ਜੀ। ਤੇ ਉਹ ਖੰਨੇ ਤੋਂ ਅੱਜ ਅਸੀਂ ਆਪਣਾ ਟਰੱਕ ਲੋ ਕਰਕੇ ਉਹ ਇੱਥੇ ਭੇਜਦੇ ਆ ਜੀ। ਭਾਜੀ ਕਈ ਜਿਹੜੇ ਕਬੱਡੀ ਤੋਂ ਇਲਾਵਾ ਜਿਹੜੇ ਕਈ ਦੂਸਰੀਆਂ ਖੇਡਾਂ ਦੇ ਵੱਡੇ ਖਿਡਾਰੀ ਨੇ, ਅਰਜੁਨ ਅਵਾਰਡ ਜਿਨ੍ਹਾਂ ਨੇ ਜਿੱਤੇ ਨੇ ਦੇਸ਼ ਵਿਦੇਸ਼ ਦੇ ਵਿੱਚ, ਉਹਨਾਂ ਨੇ ਸਾਰੇ ਆਪਣੇ ਇਨਾਮ ਵਾਪਸ ਕਰਤੇ ਆ ਸਰਕਾਰ ਨੂੰ ਕਿ ਜਿੰਨਾ ਚਿਰ ਜੇ ਤੁਸੀਂ ਕਿਸਾਨਾਂ ਦੇ ਸਕੇ ਨਹੀਂ ਤੇ ਅਸੀਂ ਤੁਹਾਡੇ ਅਵਾਰਡ ਨਹੀਂ ਰੱਖਣੇ। ਦੇਖੋ ਜੀ, ਜਦੋਂ ਵੀ ਕੋਈ ਪਲੇਅਰ ਬਣਦਾ, ਇੱਕ ਜ਼ਿਆਦਾ ਹਰ ਕੋਈ ਪਿਛਲਾ ਉਹਦਾ ਕਿਸਾਨੀ ਨਾ ਹੁੰਦਾ, ਹਰ ਕੋਈ ਜਿੱਦਾਂ ਵੀ ਆਪਣਾ ਕਿਸਾਨ ਦਾ ਪੁੱਤ ਆ, ਉਹਨਾਂ ਨੂੰ ਦਰਦ ਜਾਗਿਆ, ਦੁੱਖ ਹੋਇਆ, ਹਾਂ ਵੀ ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ। ਇੱਕ ਜਿਹੜੀ ਕਿਸਾਨ ਦੀ ਫਸਲ ਆ, ਜਿੱਦਾਂ ਆਪਾਂ ਕਹਿੰਦੇ ਆਪਾਂ ਬੱਚਾ ਪਾਲਦੇ ਆ, ਇੱਦਾਂ ਕਿਸਾਨ ਆਪਣੀ ਫਸਲ ਨੂੰ ਬੱਚਿਆਂ ਦਾ ਨਹੀਂ ਪਾਲਦਾ, ਜੇ ਉਹਨੂੰ ਬਾਅਦ 'ਚ ਮੁੱਲ ਨਾ ਮਿਲੇ ਤੇ ਦੁੱਖ ਹੁੰਦਾ। ਮੈਂ ਉਹਨਾਂ ਜਿੰਨੇ ਅਰਜਨ ਅਵਾਰਡੀ ਆ, ਆਪਣੇ ਪਲੇਅਰ ਆ, ਰੈਸਲਰ ਆ, ਐਥਲੀਟ ਆ, ਭਲਵਾਨ ਕੋਈ ਵੀ ਆ, ਆਪਾਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਜਿਹੜੇ ਆਪਣੇ ਵੀ ਕਿਸਾਨਾਂ ਦੇ ਨਾਲ ਖੜੇ ਆ। ਸੰਦੀਪ ਭਾਜੀ ਤੁਹਾਡੇ ਨਾਲ ਵੀ ਕਈ ਹਰਿਆਣੇ ਦੇ ਕਬੱਡੀ ਦੇ ਖਿਡਾਰੀ ਖੇਡਦੇ ਹੋਣਗੇ ਤੇ ਉਹ ਵੀ ਸਾਡੇ ਖਿਡਾਰੀ ਇੱਥੇ ਪਹੁੰਚ ਚੁੱਕੇ ਆ, ਸਾਡੀ ਉਹਨਾਂ ਨਾਲ ਵੀ ਗੱਲਬਾਤ ਹੋਈ। ਜਿਸ ਤਰ੍ਹਾਂ ਪੰਜਾਬ ਦੇ ਕਿਸਾਨ ਦਾ ਹਰਿਆਣਾ ਦੇ ਕਿਸਾਨ ਨੇ ਸਾਥ ਦਿੱਤਾ, ਇਸ ਤਰ੍ਹਾਂ ਜਦੋਂ ਕਬੱਡੀ ਦੇ ਖਿਡਾਰੀ ਇੱਥੇ ਆਏ ਪੰਜਾਬ ਦੇ, ਤਾਂ ਹਰਿਆਣਾ ਦੇ ਖਿਡਾਰੀਆਂ ਨੇ ਵੀ ਪੂਰਾ ਸਾਥ ਦਿੱਤਾ, ਉਹ ਵੀ ਨਾਲ ਪਹੁੰਚੇ। ਹਾਂਜੀ, ਦੇਖੋ ਜਿੱਦਾਂ ਪੰਜਾਬ ਹਰਿਆਣਾ ਆਪਣੀ ਕਬੱਡੀ ਮਾਂ ਖੇਡ ਕਬੱਡੀ ਆ ਨਾ, ਚਲੋ ਵੀ ਪੰਜਾਬ 'ਚ ਵੀ ਹਰਿਆਣਾ ਵੀ ਕਾਫੀ ਲੋਕ ਇਹਨਾਂ ਨੂੰ ਫੋਲੋ ਕਰਦੇ ਆ। ਤੇ ਉਹਨਾਂ ਦੇ ਆਉਣ ਨਾਲ ਇੱਥੇ ਉਹਨਾਂ ਦਾ ਚਲੋ ਹਰ ਕੋਈ ਜਿਹੜਾ ਇਨਸਾਨ ਆ, ਕੋਈ ਪਲੇਅਰ ਆ, ਉਹ ਆਪਣਾ ਫਰਜ਼ ਸਮਝ ਕੇ ਇੱਥੇ ਆਇਆ। ਕੋਈ ਕਿਸੇ ਨੂੰ ਮਜਬੂਰੀ ਜਾਂ ਕਿੱਦਾਂ ਵੀ ਆ, ਹਰ ਇੱਕ ਦਾ ਆਪਣਾ, ਜਿੱਦਾਂ ਅਸੀਂ ਕਿਸਾਨ ਦੇ ਪੁੱਤ ਆ, ਆਪਣਾ ਫਰਜ਼ ਸਮਝ ਕੇ ਸਾਰੇ ਇੱਥੇ ਪਹੁੰਚੇ ਆ ਜੀ। ਸੰਦੀਪ ਭਾਜੀ ਪਿਛਲੇ ਦਿਨ ਹੀ ਦੇਖਿਆ ਗਿਆ ਜਿਹੜੀਆਂ ਬਾਲੀਵੁੱਡ ਨੂੰ ਅਦਾਕਾਰਾਂ ਆ, ਉਹਨਾਂ ਨੇ ਬਹੁਤ ਗਲਤ ਸ਼ਬਦ ਵਰਤੇ ਪੰਜਾਬ ਦੀਆਂ ਧੀਆਂ ਵਾਸਤੇ, ਪੰਜਾਬ ਦੀਆਂ ਮਾਵਾਂ ਵਾਸਤੇ। ਪਹਿਲਾਂ ਕੰਗਨਾ ਰਣੌਤ ਨੇ ਵਰਤੇ ਸੀ, ਉਸ ਤੋਂ ਬਾਅਦ ਪਾਇਲ ਅਗਨੀਹੋਤਰੀ ਨੇ ਬਹੁਤ ਮਾੜੀ ਸ਼ਬਦ ਵਰਤੀ। ਇੱਕ ਪਾਸੇ ਜਿਹੜਾ ਕਿਸਾਨ ਆ ਬਹੁਤ ਮੁਸੀਬਤ 'ਚ ਆ, ਆਪਣੇ ਜਿਹੜੇ ਉਹਦੇ ਉੱਤੇ ਗਲਤ ਕਾਨੂੰਨ ਲਾਗੂ ਕੀਤੇ ਉਹ ਵਾਪਸ ਕਰਨ ਲਈ ਸੰਘਰਸ਼ ਕਰਦਾ ਪਿਆ। ਦੂਜੇ ਪਾਸੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਆਉਣੇ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਇਹ ਤਾਂ ਕਹਿ ਲਓ ਵੀ ਚਾਪਲੂਸੀ ਆ ਨਾ, ਜਾਂ ਕਹਿ ਲਓ ਜਿੰਨੇ ਹੁਣ ਜਿਹਦਾ ਨਾ ਆਪਣਾ ਹੁੰਦਾ ਕੋਈ ਕਰੀਅਰ, ਜਿਹਨੂੰ ਕੋਈ ਨਹੀਂ ਪਛਾਣਦਾ ਜਾਂ ਥੱਲੇ ਡਿੱਗ ਚੁੱਕਾ ਆ, ਉਹ ਆਪਣੇ ਆਪ ਨੂੰ ਜਿੱਦਾਂ ਕਹਿ ਲਓ ਵੀ ਸੁਰੱਖਿਆ ਜਿਉਣ ਲਈ ਇਹੋ ਜਿਹੇ ਮੁੱਦਿਆਂ 'ਤੇ ਬੋਲਦੇ ਆ, ਹੈ ਨਾ ਜੀ। ਵੀ ਉਹ ਹੁਣ ਕੰਗਣਾ ਦਾ ਉਹਦਾ ਟਾਈਮ ਲੰਘਿਆ ਹੋਇਆ ਜੀ, ਠੀਕ ਆ ਜੀ। ਉਹ ਹੁਣ ਚਾਪਲੂਸੀ ਕਰੂਗੀ ਸਰਕਾਰ ਦੀ, ਉਹਨੂੰ ਫੇਮ ਮਿਲੂਗਾ, ਹੈ ਨਾ। ਜਾਂ ਉਹ ਭਾਲਦੀ ਹੋਊਗੀ ਵੀ ਮੈਂ ਸਿਆਸਤ ਆਉਣਾ, ਮੋਦੀ ਜੀ ਟਿਕਟ ਦੇਣਗੇ, ਕਿੱਦਾਂ ਵੀ ਜਿੱਦਾਂ ਲਾਗੇ ਹੋਣਾ ਬਣਦੀ ਆ। ਪਰ ਸਾਡੀਆਂ ਇੱਥੇ ਮਾਵਾਂ ਜੋ ਵੀ ਬੋਲੀ ਸਾਡੀ ਕਿਸਾਨੀ ਆ, ਮਾਵਾਂ ਬਰਾਬਰ ਸਾਡੀਆਂ ਮਾਵਾਂ ਧੀਆਂ ਭੈਣਾਂ ਸਾਰੇ ਆਏ ਹੋਏ ਆ। ਪਰ ਉਹ ਇਹ ਦਰਦ ਕਿਸਾਨ ਆ, ਆਪਣੇ ਪੰਜਾਬੀ ਸਮਝ ਸਕਦੇ ਆ। ਉਹ ਜੇ ਕਹ ਲਓ ਵੀ ਇੱਕ ਬਹੁਤ ਘਟੀਆ ਉਹਨੇ ਹਰਕਤ ਕੀਤੀ ਆ, ਤੇ ਜਿਹਦਾ ਉਹਨੂੰ ਸਾਰੇ ਬੰਨੋਂ ਮੂੰਹ ਤੋੜਵਾਂ ਜਵਾਬ ਮਿਲ ਰਿਹਾ। ਤੁਸੀਂ ਦੇਖਦੇ ਸੋਸ਼ਲ ਮੀਡੀਆ 'ਤੇ ਸਾਰੇ ਉਹਨੂੰ ਜਿੱਦਾਂ ਉਹਦੀ ਇਸ ਟਾਈਮ ਪੂਰੀ ਉਹਦੀ ਕਹਿ ਲਓ ਬੇਇੱਜ਼ਤੀ ਹੋ ਰਹੀ ਆ। ਸੰਦੀਪ ਭਾਜੀ ਇੱਕ ਗੱਲ ਹੋਰ ਦੇਖੀ ਗਈ ਕਿ ਤੁਹਾਡੀ ਫੈਡਰੇਸ਼ਨ ਵੱਲੋਂ ਸਭ ਤੋਂ ਪਹਿਲਾਂ ਪਹਿਲ ਕੀਤੀ ਗਈ ਸੀ ਕਿ ਅਸੀਂ ਮੈਚ ਨਹੀਂ ਖੇਡਾਂਗੇ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਹੱਲ ਨਹੀਂ ਹੁੰਦਾ, ਪਰ ਦੇਖਿਆ ਗਿਆ ਕਈ ਥਾਂ ਹਾਲੇ ਵੀ ਮੈਚ ਜਿਹੜੇ ਖੇਡੇ ਜਾ ਰਹੇ ਆ। ਦੇਖੋ ਚਲੋ ਇਹ ਹੁੰਦਾ ਪਲੇਅਰਾਂ ਨੇ ਲਿਆ ਸਟੈਂਡ ਵੀ ਲੋ ਵੀ ਕਿਸਾਨੀ ਆ ਤੇ ਫੇਕ ਕਬੱਡੀ ਆ, ਕਬੱਡੀ ਖੇਡਦੇ ਆਏ ਆ, ਗਾਂ ਫੇਕ ਕਬੱਡੀ ਖੇਡਣੀ ਆ। ਜਿਹੜਾ ਸੰਘਰਸ਼ ਆ ਇਹ ਕਹ ਲਓ ਸਾਡਾ ਜਿੱਦਾਂ ਇੱਕ ਆਪਾਂ ਸੁਣਦੇ ਹੁੰਦੇ ਵੀ ਕੋਈ 83 ਵਾਲਾ ਕੋਈ ਵਾਪਰਿਆ, ਇਹ ਇੱਕ ਸੰਘਰਸ਼ ਯਾਦਗਾਰੀ ਸੰਘਰਸ਼ ਆ। ਤੇ ਚਲੋ ਕਈਆਂ ਨੇ ਉਹ ਕੱਪ ਬੁੱਕ ਮਤਲਬ ਟੂਰਨਾਮੈਂਟ ਰੱਖੇ ਸੀਗੇ, ਕਈਆਂ ਨੇ ਸਾਈਆਂ ਫੜੀਆਂ ਸੀਗੀਆਂ ਨਾ। ਚਲੋ ਜਿੰਨਾ ਫੜੀਆਂ ਸੀਗੀਆਂ ਉਹ ਵੀ ਆਪਾਂ ਕਿਸੇ ਦਾ ਆਪਾਂ ਮੇਲਾ ਖਰਾਬ ਫੇਰ ਵੀ ਹੁਣ ਜਿੰਨੇ ਸੀਗੇ ਮੇਲੇ ਆ 1 ਤਰੀਕ ਤੋਂ ਬਾਅਦ ਸਾਰੇ ਪੋਸਟਪੋਨ ਹੋ ਗਏ ਆ। ਤੇ ਪਲੇਅਰਾਂ ਦਾ ਸਾਥ ਵੀ ਦਿੱਤਾ ਆ। ਚਲੋ ਵੀ ਆਪਾਂ ਪਲੇਅਰਾਂ ਦਾ ਥੈਂਕ ਯੂ ਕਰਦੇ ਹਾਂ, ਤੇ ਕਮੇਟੀਆਂ ਨੇ ਜਿਹਨੇ ਆਪਣੇ ਆਪ ਆਪਣੇ ਮੇਲੇ ਗਾਂ ਪੋਸਟਪੋਨ ਕਰਦੇ ਆ। ਇੱਕ ਵਾਰੀ ਤੁਸੀਂ ਅਪੀਲ ਵੀ ਕਰਦੇ ਹੋ ਕੈਮਰੇ ਤੋਂ ਕਿ ਵੀ ਜਿਹੜੇ ਖਿਡਾਰੀ ਨਹੀਂ ਪਹੁੰਚੇ ਜਾਂ ਅੱਗੇ ਮੈਚ ਹੋਣੇ ਆ ਉਹ ਨਾ ਖੇਡੇ ਜਾਣ, ਤੇ ਸਾਰੇ ਖਿਡਾਰੀ ਇੱਥੇ ਜ਼ਰੂਰ ਪਹੁੰਚਣ। ਦੇਖੋ ਜੀ, ਸਾਰੇ ਖਿਡਾਰੀ ਪਹੁੰਚ ਰਹੇ ਆ ਜੀ। ਦੇਖੋ ਆਪਾਂ ਅਪੀਲ ਕਰਦੇ ਹਾਂ, ਪਰ ਆਪਣਾ ਫਰਜ਼ ਸਮਝ ਕੇ ਸਾਰੇ ਆ ਰਹੇ ਆ, ਠੀਕ ਆ ਜੀ।
ਕੋਈ ਆ ਕੇ ਵਾਪਸ ਜਾ ਰਹੇ ਆ। ਪਰ ਸਾਡਾ ਮੈਂ ਇੱਕ ਜਿੱਦਾਂ ਕਹਿ ਲਓ ਵੀ ਸਾਡੇ ਕਬੱਡੀ ਦੇ ਹੈ ਨਾ ਜੀ ਮੰਗੀ ਬੱਗਾ ਪਿੰਡ ਟੋਨੀ ਭਾਜੀ ਵੀ ਨੰਨੀ ਗਵਾਪੁਰ ਮਨਜੋਤ ਜਿੱਦਾਂ ਕਹਿ ਲਓ ਇਹ ਇੱਥੇ ਮੈਂ ਇਹਨੂੰ ਕਹੂੰਗਾ ਵੀ ਇਹਨਾਂ ਇੱਥੇ ਆ ਕੇ ਕਬੱਡੀ ਵਾਲਿਆਂ ਨੂੰ ਇੱਕ ਲੀਡ ਕੀਤਾ, ਉਹਦੇ ਅਗਵਾਈ ਕਰ ਰਹੇ ਇੱਥੇ। ਠੀਕ ਹੈ ਜੀ, ਹੁਣ ਕਬੱਡੀ ਵਾਲੇ ਆਉਂਦੇ ਆ ਸਾਰੇ ਸੁਪਰਸਟਾਰ ਆ ਰਹੇ ਆ, 2-4 ਹਫ਼ਤਾ ਰਹਿੰਦੇ ਆ ਫਿਰ ਚਲੋ ਵਾਪਸ ਜਾਂਦੇ ਆ। ਪਰ ਇਹ ਸਾਡੇ 4 ਵੀਰ ਇਹਨਾਂ ਨੇ ਇੱਕ ਕਬੱਡੀ ਵਾਲਿਆਂ ਨੂੰ ਅਗਵਾਈ ਕੀਤੀ ਇੱਥੇ। ਇਹ ਪਹਿਲੇ ਦਿਨ ਤੋਂ ਇੱਥੇ ਡਟੇ ਹੋਏ ਆ ਜੀ। ਇਹਨਾਂ ਨੂੰ ਮੈਂ ਕਹਿੰਦਾ ਵੀ ਸਲਾਮ ਕਰਦੇ ਸੀ ਜਿੱਦਾਂ ਕਬੱਡੀ ਦੇ ਪਲੇਅਰਾਂ ਨੂੰ ਵੀ ਇਹਨਾਂ ਨੇ ਜਿੱਦਾਂ ਵੀ ਤੁਹਾਨੂੰ ਪਤਾ ਹੀ ਆ ਵੀ ਘਰੋਂ 15 ਦਿਨ ਹੋ ਗਏ ਇੱਥੇ ਆਇਆਂ ਨੂੰ, ਬਹੁਤ ਔਖਾ ਹੋ ਜਾਂਦਾ ਵੀ ਸਾਡੇ ਵੀਰਾਂ ਨੂੰ ਮੈਂ ਕਹਿੰਦਾ ਵੀ ਵਾਹਿਗੁਰੂ ਹੋਰ ਤਰੱਕੀ ਬਖਸ਼ੇ ਨਾ ਵੀ ਜਿਨ੍ਹਾਂ ਨੇ ਇੱਥੇ ਆ ਕੇ ਆਪਣਾ ਪੂਰਾ ਟਾਈਮ ਇੱਥੇ ਕਿਸਾਨਾਂ ਨੂੰ ਦਿੱਤਾ ਆ। ਬਿਲਕੁਲ ਜੀ ਸੰਦੀਪ ਭਾਜੀ, ਪਹਿਲਾਂ ਵੀ ਜਦੋਂ ਪੰਜਾਬ 'ਚ ਵੀ ਸੰਘਰਸ਼ ਹੁੰਦਾ ਸੀ ਉੱਥੇ ਧਰਨੇ ਲੱਗਦੇ ਸੀ ਤੇ ਉੱਥੇ ਵੀ ਮੰਗੀ ਬੱਗਾ ਪਿੰਡ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਖਿਡਾਰੀ ਉਹਨਾਂ ਸੰਘਰਸ਼ਾਂ ਦਾ ਹਿੱਸਾ ਬਣਦੇ ਸੀ। ਹੁਣ ਜਦੋਂ ਦਿੱਲੀ ਦੇ ਵਿੱਚ ਕੂਚ ਕੀਤਾ ਪੰਜਾਬ ਤੋਂ ਕਿਸਾਨਾਂ ਨੇ ਤਾਂ ਇਹ ਜਿਹੜੇ ਖਿਡਾਰੀਆਂ ਦੇ ਤੁਸੀਂ ਨਾਮ ਲਏ ਇਹਨਾਂ ਦਾ ਜ਼ਿਕਰ ਕੀਤਾ, ਇਹ ਲਗਾਤਾਰ ਇੱਥੇ ਡਟੇ ਹੋਏ ਨੇ, ਲੰਗਰ ਦੇ ਵਿੱਚ ਸੇਵਾ ਵੀ ਕਰਦੇ ਨੇ ਤੇ ਸਟੇਜ ਦੇ ਲਾਗੇ ਵੀ ਜਦੋਂ ਇਹਨਾਂ ਦੀ ਡਿਊਟੀ ਲੱਗਦੀ ਹੈ, ਜਿਹੜੀ ਵੀ ਜਥੇਬੰਦੀਆਂ ਵੱਲੋਂ ਡਿਊਟੀ ਲਾਈ ਜਾਂਦੀ ਹੈ, ਉਹ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਬਣਾਉਂਦੇ ਆ ਜੀ। ਹਾਂ ਸਹੀ ਗੱਲ ਜੀ, ਆਪਾਂ ਦੱਸਿਆ ਵੀ ਸਾਡੇ ਮੰਗੀ ਟੋਨੀ ਭਾਜੀ ਨੰਨੀ ਮਨਜੋਤ ਇਹ ਪਹਿਲੇ ਦਿਨ ਤੋਂ ਡਟੇ ਹੋਏ ਜੀ। ਤੇ ਅਸੀਂ ਆਪਣੇ ਕਬੱਡੀ ਦੇ ਪਲੇਅਰਾਂ ਨੂੰ ਕਬੱਡੀ ਭਾਈਚਾਰਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਬੱਡੀਆਂ ਦੀ ਗਵਾਹੀ ਕੀਤੀ ਆ ਹੈ ਨਾ। ਤੇ ਇਹਨਾਂ ਦਾ ਜੋ ਵੀ ਹੈਗਾ ਆ ਵੀ ਹੁਣ ਤੱਕ ਚਲੋ ਜਿੱਥੇ ਆ ਜੋ ਇਹ ਸਾਨੂੰ ਸੇਵਾ ਦਿੰਦੇ ਆ, ਜੋ ਸਾਡਾ ਹੁਕਮ ਕਰਦੇ ਆ, ਅਸੀਂ ਵੀ ਨਾਲ ਖੜ੍ਹੇ ਆ। ਪਰ ਇਹ ਵੀਰਾਂ ਨੂੰ ਸਲਾਮ ਸਾਡਾ ਜੀ। ਇਹ ਸੰਦੀਪ ਭਾਜੀ ਇੱਕ ਗੱਲ ਹੋਰ ਦੇਖੀ ਗਈ ਹੈ ਕਿ ਕਾਫੀ ਸ਼ਰਾਰਤੀ ਅਨਸਰ ਵੱਧ ਗਿਆ। ਬਲਦੇਵ ਸਿੰਘ ਸਿਰਸਾ ਹੋਣਾ ਨੇ ਕੱਲ ਸਾਡੇ ਸਾਹਮਣੇ 2 ਸ਼ਰਾਰਤੀ ਅਨਸਰ ਜਿਹੜੇ ਫੜੇ ਆ ਤੇ ਪੁਲਿਸ ਨੂੰ ਜਦੋਂ ਅਸੀਂ ਸਵਾਲ ਕੀਤੇ ਤੇ ਉਹਨਾਂ ਦਾ ਕਹਿਣਾ ਕਿ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂ। ਉਹ ਦਿੱਲੀ ਪੁਲਿਸ ਤੇ ਇਲਜ਼ਾਮ ਲਾ ਰਹੇ ਆ, ਦਿੱਲੀ ਵਾਲੇ ਕਹਿ ਰਹੇ ਆ ਕਿ ਇਹ ਇਹਨਾਂ ਦੇ ਬੰਦੇ ਆ। ਦੇਖੋ ਜੀ ਇਹ ਹੁਣ ਸਰਕਾਰ ਦੀਆਂ ਤੁਹਾਨੂੰ ਪਤਾ ਜੀ, ਹੁਣ ਜਿੱਦਾਂ ਆਪਾਂ ਸੰਘਰਸ਼ ਬਹੁਤ ਸਿਖਰ ਤੇ ਗਿਆ, ਇਹ ਆਪਣੇ ਜਿੰਨੇ ਸਟੇਟਾਂ ਦੇ ਇੱਥੇ ਕਿਸਾਨ ਆਗੂ ਆਏ ਆ, ਨੌਜਵਾਨ ਖਾਸ ਕਰ, ਇਹ ਆਪਾਂ ਇੱਥੇ ਸੋਚ ਸਮਝ ਕੇ ਆਪਾਂ ਕਰ ਰਹੇ ਹਾਂ। ਆਪਾਂ ਗਾਂਹ ਸਟੈਪ ਜਿਹੜਾ ਪਟਣਾ ਆ ਕਿਉਂਕਿ ਹੁਣ ਸਿਖਰਾਂ ਤੇ ਆ, ਸਮਝੋ ਆਪਣੀ ਜਿੱਤ ਲੱਗੇ ਆ ਵੀ ਐਦਾਂ ਕੋਈ ਆਪਾਂ ਕਿਸੇ ਦੇ ਮਗਰ ਲੱਗ ਕੇ ਹੁੱਲੜਬਾਜੀ ਨਾ ਕਰ ਬੈਠੀਏ, ਕਿਸੇ ਕੋਈ ਗਲਤੀ ਨਾ ਕਰ ਬੈਠੀਏ, ਜਿਹਦੇ ਤੇ ਸਰਕਾਰ ਨੂੰ ਕੋਈ ਚਾਂਸ ਮੌਕਾ ਮਿਲ ਜਾਵੇ ਨਾ। ਤੇ ਸਾਰਿਆਂ ਨੂੰ ਬੇਨਤੀ ਇਹ ਆ ਵੀ ਇਹਨਾਂ ਨੇ ਬਹੁਤ ਕੁਝ ਕਰਨਾ, ਬਹੁਤ ਕੁਝ ਕਰਾਉਣਾ ਆ, ਪਰ ਆਪਾਂ ਐਨ ਸੋਚ ਸਮਝ ਕੇ ਕਦੋਂ ਚੱਕਣਾ ਆ ਵੀ ਕੋਈ ਇੱਦਾਂ ਦਾ ਕੰਮ ਨਾ ਹੋ ਜਾਵੇ ਵੀ ਸਰਕਾਰ ਨੂੰ ਕੋਈ ਮੌਕਾ ਮਿਲ ਜਾਵੇ। ਬਹੁਤ ਬਹੁਤ ਧੰਨਵਾਦ। ਤੇ ਟੋਨੀ ਰੁੜਕਾ ਜੀ ਵੀ ਨੇ ਮੇਜਰ ਕਬੱਡੀ ਲੀਗ ਤੋਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭਾਜੀ ਥੋੜਾ ਇੱਧਰ ਹੀ ਆ ਜਾਓ ਤੁਸੀਂ, ਇੱਥੇ ਆ ਜਾਓ। ਹਾਂਜੀ ਟੋਨੀ ਰੁੜਕਾ ਜੀ, ਤੁਸੀਂ ਤਾਂ ਬਹੁਤ ਦਿਨਾਂ ਤੋਂ ਇੱਥੇ ਬਣੇ ਹੋਏ ਹੋ ਲਗਾਤਾਰ ਧਰਨੇ ਦੇ ਉੱਪਰ, ਤੇ ਅੱਜ ਜਿਹੜੇ ਕਬੱਡੀ ਦੇ ਸਟਾਰ ਖਿਡਾਰੀ ਹੈ ਤੁਹਾਡੀ ਫੈਡਰੇਸ਼ਨ ਦੇ, ਉਹਨਾਂ ਨੇ ਇੱਕ ਹੋਰ ਉਪਰਾਲਾ ਕੀਤਾ ਇੱਥੇ, ਇਹ ਕਿਸਾਨਾਂ ਵਾਸਤੇ ਬਹੁਤ ਕੁਝ ਲੈ ਕੇ ਆਏ ਨੇ, ਖਾਣ ਪੀਣ ਦਾ ਸਮਾਨ। ਪਹਿਲਾਂ ਉਹਦੇ ਬਾਰੇ ਕੀ ਕਹੋਗੇ? ਹਾਂਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਇੱਥੇ ਜਦੋਂ ਤੁਸੀਂ ਕਿਹਾ ਵੀ ਸਟਾਰ ਖਿਡਾਰੀ ਆ ਦੂਜੇ, ਇੱਥੇ ਸਾਰੇ ਖਿਡਾਰੀ ਬਰਾਬਰ ਹੈ। ਅਸੀਂ ਪੰਜਾਬ ਲਈ ਆਏ, ਕੋਈ ਖਿਡਾਰੀ ਬਣ ਕੇ ਨਹੀਂ ਆਇਆ। ਤੇ ਪਹਿਲਾਂ ਵੀ ਸੰਦੀਪ ਹੁਣੀ ਪਹਿਲਾਂ ਵੀ ਇੱਥੇ ਪਾਣੀ ਫਰੂਟ ਪਹਿਲਾਂ ਵੀ ਛੱਡ ਕੇ ਗਏ, ਤੇ ਰੋਟੇਸ਼ਨ ਬਾਏ ਸਾਰੇ ਪਲੇਅਰ, ਅੱਜ ਸੁੱਖੇ ਹੋਣੀ ਸੋਹਣ ਹੋਣੀ ਰੋਟੇਸ਼ਨ ਬਾਏ ਸਾਰੇ ਪਲੇਅਰ ਸੇਵਾਵਾਂ ਦੇ ਕੇ ਜਾਂਦੇ ਆ ਹੈ ਨਾ। ਕਿਉਂਕਿ ਅਸੀਂ ਆਪਣਾ ਇੱਕ ਸ਼ਡਿਊਲ ਬਣਾਇਆ, ਅਸੀਂ ਬੇਸ ਕੈਂਪ ਤੌਰ 'ਤੇ ਇਹਨੂੰ ਯੂਜ਼ ਕਰਦੇ ਹਾਂ। ਸਾਡੇ 4 ਜਾਂ 5 ਮੈਂਬਰ ਪੱਕੇ ਇੱਥੇ ਰਹਿੰਦੇ, ਬਾਕੀ ਜਿਹੜੇ 8-10 ਪਲੇਅਰ ਰੋਜ਼ ਆਉਂਦੇ ਆ, ਸ਼ਿਫਟਾਂ ਦੇ ਵਿੱਚ ਚੇਂਜ ਹੋ ਕੇ ਚਲ ਜਾਂਦੇ ਆ। ਤੁਸੀਂ ਦੇਖ ਰਹੇ ਹੋਣੇ ਇੱਥੇ ਲੰਗਰ ਚੱਲ ਰਿਹਾ, ਪਹਿਲੇ ਦਿਨ ਤੋਂ ਲੈ ਕੇ ਜਿਹੜੀ ਸਟੇਜ ਦੀ ਜਿੰਨੀ ਕਾਰਵਾਈ ਆ ਉਹ ਸਾਰੇ ਪਲੇਅਰ ਸਾਂਭਦੇ ਆ ਜੀ, ਡਿਸਿਪਲਿਨ ਦੀ। ਤੋਂ ਇਹ ਸਾਰਾ ਰਲ ਮਿਲ ਕੇ ਇਹ ਪੰਜਾਬ ਦੇ ਵੱਲੋਂ, ਹਰਿਆਣੇ ਦੇ ਪਲੇਅਰਾਂ ਵੱਲੋਂ ਇਹ ਸਾਰਾ ਕੀਤਾ ਜਾ ਰਿਹਾ ਜੀ। ਟੋਨੀ ਜੀ ਅਹਿਮ ਸਵਾਲ ਇੱਕ ਉਹੀ ਹੈ ਸੰਦੀਪ ਹੋਣਾ ਤੋਂ ਮੈਂ ਕੀਤਾ ਕਿ ਜਿਹੜੀ ਸੁਰੱਖਿਆ ਹੁਣ ਇੱਕ ਵੱਡਾ ਮੁੱਦਾ ਬਣਦੀ ਜਾ ਰਹੀ ਹੈ, ਸ਼ਰਾਰਤੀ ਅਨਸਰ ਲਗਾਤਾਰ ਇੱਥੇ ਵੱਧਦੇ ਜਾ ਰਹੇ ਨੇ, ਤੇ ਤੁਹਾਡੇ ਵੱਲੋਂ ਇਹ 'ਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ ਕਿ ਜਿਹੜੀ ਸੁਰੱਖਿਆ ਬਣੀ ਰਹੇ। ਬਿਲਕੁਲ, ਇਹ ਤੁਹਾਡਾ ਬਿਲਕੁਲ ਵਾਜਬ ਸਵਾਲ ਹੈ, ਕਿਉਂਕਿ ਜਦੋਂ ਲਹਿਰਾਂ ਉੱਠਦੀਆਂ ਸਰਕਾਰਾਂ ਉਹਨਾਂ ਨੂੰ ਦਬਾਉਣ ਲਈ ਬਹੁਤ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ, ਤੇ ਉਹਨਾਂ ਵਿੱਚੋਂ ਇੱਕ ਆ ਵੀ ਚਾਹੇ ਉਹ ਸ਼ਰਾਰਤੀ ਅਨਸਰ ਛੱਡਣ ਜਾਂ ਕੋਈ ਜਿਹੜੇ ਗੈਰ ਅਖਲਾਕੀ ਕੰਮ ਆ ਉਹ ਕਰਵਾਏ ਜਾਣ ਜਿਸ ਨਾਲ ਲਹਿਰਾਂ ਬਦਨਾਮ ਹੋਣ। ਪਰ ਸਾਡੇ ਜਿੱਦਾਂ ਸੁਚੇਤ ਆ ਬਹੁਤ ਨੌਜਵਾਨ ਵਰਗ, ਤੁਸੀਂ ਦੇਖੋ ਸੋਸ਼ਲ ਮੀਡੀਆ ਨੂੰ ਪੰਜਾਬੀ ਇੰਨਾ ਫੋਲੋ ਕਰਦੇ ਆ ਕਿ ਪਹਿਲਾਂ ਤਾਂ ਫੇਸਬੁੱਕ ਵਟਸਐਪ ਸੀ, ਜਿੱਦਾਂ ਦਾ ਪਤਾ ਲੱਗਾ ਵੀ ਟਵਿੱਟਰ 'ਤੇ ਕੰਮ ਹੁੰਦਾ ਉਦੋਂ ਟਵਿੱਟਰ ਵੀ ਇਹਨਾਂ ਨੇ ਹੈਂਗ ਕਰਨ ਵਾਲਾ ਕਰਤਾ। ਸੋ ਸਾਡੇ ਹਰੇਕ ਚੁਣੌਤੀ ਨੂੰ ਦਾ ਸਾਹਮਣਾ ਕਰਨ ਦੇ ਸਮਰੱਥ ਆ। ਤੇ ਹੁਣ ਅਸੀਂ ਜੋ ਲਾਮਬੰਦੀ ਕਰ ਰਹੇ ਹਾਂ, ਕਿਹੜਾ ਸੰਘਰਸ਼ ਹੈ, ਇਹਦੀ ਆਵਾਜ਼ ਇਕੱਲਾ ਧਰਨਾ ਲਾਉਣ ਤੱਕ ਨਹੀਂ, ਕੁਛ ਨਾ ਕੁਛ ਇੱਦਾਂ ਦਾ ਹੋਵੇ ਜਿਹੜੀ ਨੈਸ਼ਨਲ ਮੀਡੀਆ 'ਚ ਰੋਜ਼ ਇਹਦੀ ਗੂੰਜ ਜਿਹੜੀ ਸੁਣਾਈ ਦਿੱਤੀ ਜਾਵੇ
ਤੁਸੀਂ ਮੀਡੀਆ ਦੀ ਗੱਲ ਕੀਤੀ ਔਰ ਮੀਡੀਆ ਦੀ ਭੂਮਿਕਾ ਦੇ ਵੀ ਬੜੇ ਵੱਡੇ ਸਵਾਲ ਉੱਠੇ ਨੇ ਇਹਨਾਂ ਕਿਸਾਨੀ ਸੰਘਰਸ਼ਾਂ ਤੋਂ ਬਾਅਦ। ਕਿਸਾਨੀ ਸੰਘਰਸ਼ਾਂ ਦੇ ਵਿੱਚ ਪੰਜਾਬੀ ਮੀਡੀਆ ਤੇ ਬਨਾਮ ਨੈਸ਼ਨਲ ਮੀਡੀਆ ਹੋ ਗਿਆ। ਪੰਜਾਬੀ ਮੀਡੀਆ ਚਟਾਨ ਵਾਂਗ ਖੜਿਆ ਕਿਸਾਨਾਂ ਦੇ ਨਾਲ, ਜਦੋਂ ਕਿਸਾਨ ਤੁਰੇ ਨਾਲ ਹੀ ਤੁਰਦਾ ਆ, ਪਰ ਨੈਸ਼ਨਲ ਜਿਹੜੇ ਮੀਡੀਆ ਉਹਦੀ ਭੂਮਿਕਾ ਦੇ ਉੱਪਰ ਸਵਾਲ ਉੱਠ ਰਹੇ ਨੇ। ਠੀਕ ਹੈ, ਆਪਾਂ ਕਹਿ ਸਕਦੇ ਹਾਂ, ਕਿਉਂਕਿ ਦੇਖੋ ਹਰੇਕ ਪਹਿਲੂ ਦੇ ਦੋ ਪੱਖ ਹੁੰਦੇ ਆ ਜੀ। ਕਈ ਵਾਰੀ ਜਿਹੜੀ ਚੀਜ਼ ਆਪਾਂ ਨੂੰ ਨਜ਼ਰ ਆਉਂਦੀ ਆ ਉਹ ਅਸਲੀਅਤ ਵਿੱਚ ਹੁੰਦੀ ਨਹੀਂ। ਕੁਝ ਜਿਹੜੇ ਸ਼ੰਕੇ ਆ, ਹਾਂ ਕੁਝ ਇੱਕ ਚੈਨਲਾਂ ਨੇ ਸ਼ਰੇਆਮ ਕੀਤਾ ਵੀ ਆ ਇਹ ਕੰਮ, ਮਤਲਬ ਪੱਤਰਕਾਰੀ ਦਾ ਉਹਨਾਂ ਨੇ ਇੱਕ ਮਤਲਬ ਨੈਗੇਟਿਵ ਪੱਖ ਦਿਖਾਇਆ ਹੈ ਨਾ, ਪਰ ਉਸ ਦੇ ਬਾਵਜੂਦ ਵੀ ਕੋਈ ਚੰਗਾ ਮੀਡੀਆ ਵੀ ਨਾਲ ਖੜਾ ਜੀ, ਜਿਹਦੀ ਵਜ੍ਹਾ ਕਰਕੇ ਅੱਜ ਜਿਹੜਾ ਸੰਘਰਸ਼ ਇੱਥੇ ਤੱਕ ਆ ਗਿਆ। ਹਾਂ ਤੁਹਾਡੀ ਗੱਲ ਸਹੀ ਆ ਵੀ ਜਿੰਨੇ ਪੰਜਾਬੀ ਪੇਜ ਆ ਜਾਂ ਪੰਜਾਬੀ ਚੈਨਲ ਆ ਇਹਨਾਂ ਨੂੰ ਸਲਾਮ ਆ, ਪਹਿਲੇ ਦਿਨ ਤੋਂ ਲੈ ਕੇ ਨਾਲ ਤੁਰੇ ਆ ਜੀ, ਇੱਥੇ ਤੱਕ ਰਸ ਲੈ ਕੇ ਆਏ ਆ ਸਾਰਾ। ਪਰ ਹੁਣ ਨੈਸ਼ਨਲ ਮੀਡੀਆ ਦਾ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਅੱਖੀਂ ਦੇਖਿਆ ਤਾਂ ਕੰਨੀ ਸੁਣੇ ਦਾ ਫਰਕ ਹੁੰਦਾ ਜੀ। ਹੁਣ ਉਹਨਾਂ ਨੇ ਆ ਕੇ ਦੇਖਿਆ ਵੀ ਇੰਨੀ ਠੰਡ ਦੀ ਇੰਨੀ ਪੀੜਾ ਵਿੱਚ ਬੱਚੇ ਬੁੱਢੇ ਬੀਬੀਆਂ ਵੀ ਬੈਠੀਆਂ ਨਾ, ਨੌਜਵਾਨ ਬੈਠੇ ਆ, ਤੇ ਉਹ ਵੀ ਬਿਨਾਂ ਕਿਸੇ ਇੰਨੇ ਸ਼ਾਂਤਮਈ ਢੰਗ ਦੇ ਨਾਲ, ਬਿਨਾਂ ਕੋਈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤੇ, ਇਹ ਇੱਕ ਮਿਸਾਲ ਪੈਦਾ ਕਰ ਦਿੱਤੀ। ਪੰਜਾਬੀਆਂ ਨੇ 100 ਸਾਲ 'ਚ ਇਹੋ ਜਿਹਾ ਅੰਦੋਲਨ ਨਹੀਂ ਹੋਇਆ ਜਿਹੋ ਜਿਹਾ ਆਹ ਅੰਦੋਲਨ ਹੋਇਆ। ਤੇ ਮੀਡੀਆ ਦਾ ਬੇਸਿਕਲੀ ਹੁਣ ਜੋ ਇੱਥੋਂ ਇਨਪੁਟ ਜਾਊਗੀ ਉਹਨੂੰ ਤਾਂ ਨਕਾਰ ਨਹੀਂ ਸਕਦੇ। ਸੋ ਹੁਣ ਸਾਰਾ ਮੀਡੀਆ ਤਕਰੀਬਨ ਆਪਾਂ ਕਹਿ ਸਕਦੇ 90% ਮੀਡੀਆ ਹੀ ਮਤਲਬ ਹੁਣ ਕਿਸਾਨਾਂ ਦੇ ਪੱਖ ਵਿੱਚ ਆ, ਤੇ ਦੇਸ਼ ਵਿਆਪੀ ਜਿਹੜਾ ਇਹਦਾ ਅਸਰ ਦਿਖ ਰਿਹਾ ਵੀ ਸਾਰੀਆਂ ਸਟੇਟਾਂ ਦੇ ਵਿੱਚੋਂ ਬੰਦੇ ਉੱਠ ਕੇ ਆ ਰਹੇ ਆ। ਤੇ ਇਹ ਜਿਹੜੀ ਲਹਿਰ ਆ ਇਹ ਹੁਣ ਇਕੱਲੀ ਦੇਸ਼ ਤੱਕ ਨਹੀਂ, ਅੰਤਰਰਾਸ਼ਟਰੀ ਲਹਿਰ ਬਣ ਗਈ ਆ। ਚਾਹੇ ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕੋਈ ਵੀ ਬਾਹਰਲੀਆਂ ਜਿਹੜੀਆਂ ਕੰਟਰੀਆਂ, ਉੱਥੇ ਜਿਹੜੀਆਂ ਇੰਡੀਅਨ ਕੌਂਸੂਲੇਟ ਆ ਉਹਨਾਂ ਦੇ ਬਾਹਰ ਧਰਨੇ ਲੱਗ ਰਹੇ ਵੱਡੀ ਗਿਣਤੀ ਦੇ ਵਿੱਚ, ਤੇ ਵਿਦੇਸ਼ੀ ਦਬਾਅ ਵੀ ਸਰਕਾਰ ਉੱਪਰ ਪੂਰੀ ਤਰ੍ਹਾਂ ਬਣਿਆ। ਉਮੀਦ ਹੈ ਵੀ ਆਉਣ ਵਾਲੇ ਦਿਨਾਂ 'ਚ ਸਰਕਾਰ ਵੀ ਇਸ ਗੱਲ ਨੂੰ ਸਮਝਦੇ ਹੋਏ ਜਿਹੜੇ ਆਪਣੇ ਫੈਸਲੇ ਆ ਉਹ ਵਾਪਸ ਲਊਗੀ, ਇਹ ਬਿੱਲ ਵਾਪਸ ਲਊਗੀ। ਟੋਨੀ ਸਾਹਿਬ, ਬਿੱਲ ਵਾਪਸ ਹੋ ਜਾਣਗੇ, ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਸਰਕਾਰ ਝੁਕ ਸਕਦੀ ਆ, ਪਰ ਪੰਜਾਬ ਦੇ ਬਹੁਤ ਮੁੱਦੇ ਨੇ, ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮੁੱਦਾ, ਕਿ ਉਹ ਮੁੱਦੇ ਵੀ ਇਸ ਸੰਘਰਸ਼ ਤੋਂ ਬਾਅਦ ਉਹਨਾਂ ਦੇ ਵੀ ਕੁਝ ਹੱਲ ਹੋਣ ਦੀ ਉਮੀਦ ਹੋਊਗੀ? ਬਿਲਕੁਲ, ਮੈਂ ਇੱਕ ਇਹ ਗੱਲ ਮਤਲਬ ਬਹੁਤ ਮਾਣ ਮਹਿਸੂਸ ਆਪਾਂ ਸਾਰੇ ਇਸ ਗੱਲ ਨੂੰ ਕਰਦੇ ਹਾਂ ਕਿ ਇਸ ਅੰਦੋਲਨ ਨੇ ਨਾ ਪੰਜਾਬੀਅਤ ਦੀ ਜੋ ਸ਼ਾਨ ਆ ਉਹਨੂੰ ਅੰਬਰਾਂ ਤੱਕ ਦੁਬਾਰਾ ਲੈ ਗਏ। ਜਿਹੜਾ ਪਿੱਛੇ ਜਿਹਾ ਬੇਲੋੜੇ ਦਾਗ ਲਾਏ ਗਏ, ਨਸ਼ੇੜੀ ਆ ਜਾਂ ਪੰਜਾਬੀ ਆਹ ਕਰਦੇ ਉਹ ਕਰਦੇ ਆ, ਇਹ ਸਾਰੇ ਨੇ ਮਤਲਬ ਪੰਜਾਬੀ ਦੀ ਸ਼ਾਨ ਦੁਬਾਰਾ ਉਸੇ ਥਾਂ ਲੈ ਗਈ ਜਿਹੜੀ ਆਪਣੇ 50-60 ਦੇ ਵਿੱਚ ਹੁੰਦਾ ਸੀ। ਸਰਦਾਰ ਜੀ ਨੂੰ ਦੇਖ ਕੇ ਸੀਟ ਛੱਡ ਦਿੰਦੇ ਹੁੰਦੇ ਸੀ। ਅੱਜ ਪੰਜਾਬੀ ਦੁਆਰਾ ਉਸ ਮੁਕਾਮ ਤੇ ਪਹੁੰਚ ਗਏ ਆ। ਇਹ ਉਹਨਾਂ ਦਾ ਸਾਰਾ ਜੋ ਕੀਤਾ ਸੰਘਰਸ਼ ਆ ਇਹ ਉਹਦੇ ਕਰਕੇ ਹੀ ਆ, ਤੇ ਜੋ ਉਹਨਾਂ ਨੇ ਸਾਰੇ ਦੇਸ਼ ਨੂੰ ਰਾਹ ਦਿਖਾਇਆ। ਤੇ ਚਾਹੇ ਆਜ਼ਾਦੀ ਦੇ ਵਿੱਚ ਵੀ ਸੀ, ਆਜ਼ਾਦੀ ਦੇ ਵਿੱਚ ਪੰਜਾਬੀਆਂ ਤੇ ਬੰਗਾਲੀਆਂ ਨੇ ਲਹਿਰ ਚੁੱਕੀ ਸੀ, ਹੁਣ ਵੀ ਪੰਜਾਬੀਆਂ ਤੇ ਹਰਿਆਣੇ ਵਾਲਿਆਂ ਨੇ ਇਹ ਕੰਮ ਕੀਤਾ ਜੀ। ਕਿਸਾਨੀ ਅੰਦੋਲਨਾਂ ਵਿੱਚ ਖਾਸ ਕਰਕੇ ਗੱਲ ਹੋ ਰਹੀ ਆ ਜਾਂ ਇਸ ਗੱਲ ਤੇ ਚਰਚਾ ਹੁੰਦੀ ਹੈ ਕਿ ਅੱਜ ਸਾਨੂੰ ਲੋੜ ਆ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ, ਕਿ ਉਸ ਤਰ੍ਹਾਂ ਦਾ ਰਾਜ ਕਿਸ ਤਰ੍ਹਾਂ ਹੋ ਮਿਲ ਸਕਦਾ? ਦੇਖੋ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿੱਦਾਂ ਕਹਿੰਦੇ ਵੀ ਸਿੱਖ ਰਾਜ ਦਾ ਉਹ ਮਤਲਬ ਕਿ ਸੁਨਹਿਰੀ ਦੌਰ ਸੀ। ਉਸ ਸਮੇਂ ਦੇ ਜਿਹੜੇ ਜਰਨੈਲ ਸੀ ਉਹ ਆਪਣੇ ਬਿਲਕੁਲ ਮਹਾਰਾਜ ਦੇ ਜੋ ਹੁਕਮ ਹੁੰਦਾ ਉਹਦੀ ਕੋਈ ਅਦੂਲੀ ਨਹੀਂ ਸੀ ਕਰਦੇ। ਜਿਹੜਾ ਮਹਾਰਾਜ ਸੀ ਉਹ ਆਪਣੇ ਪੰਥ ਦੀ ਅਦੂਲੀ ਨਹੀਂ ਸੀ ਕਰਦੇ। ਵੱਡੀਆਂ ਤੋਂ ਵੱਡੀਆਂ ਸਜ਼ਾਵਾਂ ਮਹਾਰਾਜ ਨੇ ਵੀ ਅਕਾਲ ਤਖਤ ਸਾਹਿਬ ਵੱਲੋਂ ਝੱਲੀਆਂ। ਜੇ ਉਹਨਾਂ ਨੇ ਕਿਤੇ ਗਲਤੀਆਂ ਕੀਤੀਆਂ, ਆਪਣੇ ਲੀਡਰਾਂ ਨੂੰ ਵੀ ਐਡੀ ਫਰਾਖ ਦੇ ਲਈ ਦਿਖਾਉਣੀ ਚਾਹੀਦੀ ਆ। ਠੀਕ ਹੈ, ਕਿਤੇ ਫੈਸਲੇ ਗਲਤ ਹੋ ਜਾਂਦੇ ਆ, ਉਹ ਫੈਸਲੇ ਸਵੀਕਾਰ ਕਰਨੇ ਚਾਹੀਦੇ ਆ, ਫਿਰ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਉਹ ਦੁਬਾਰਾ ਸਾਕਾਰ ਹੋ ਸਕਦਾ ਜੀ। ਤੋ ਅੱਜ ਵੀ ਕਈ ਲੀਡਰ, ਕਿਉਂਕਿ ਕਿਸਾਨੀ ਧਰਨੇ ਦੀ ਇੱਕ ਹੋਰ ਖਾਸੀਅਤ ਇਹ ਆ ਕਿ ਇੱਥੇ ਸਿਆਸਤ ਨਾਮ ਦੀ ਕੋਈ ਚੀਜ਼ ਨਹੀਂ ਵਰਤਣ ਦਿੱਤੀ ਜਾ ਰਹੀ। ਅੱਜ ਵੀ ਕਈ ਲੀਡਰ ਆਏ ਸੀਗੇ ਪਰ ਉਹਨਾਂ ਨੂੰ ਸਟੇਜ ਦੇ ਉੱਪਰ ਨਹੀਂ ਜਾਣ ਦਿੱਤਾ ਗਿਆ, ਨਹੀਂ ਬੋਲਣ ਦਿੱਤਾ ਗਿਆ। ਹਾਂਜੀ, ਉਹ ਇੱਕ ਨਾ ਹੀ ਇੱਦਾਂ ਹੁੰਦੀ ਆ, ਜਦੋਂ ਲਹਿਰ ਚੱਲਦੀ ਆ ਉਹਨੂੰ ਬਦਨਾਮ ਕਰਨ ਦਾ ਇਹ ਹੁੰਦਾ ਵੀ ਇਹ ਕਿਸੇ ਚਾਹੇ ਕਿਸੇ ਵਰਗ ਦੁਆਰਾ ਪ੍ਰਯੋਜਿਤ ਜਾਂ ਸਪੌਂਸਰਡ ਆ ਜਾਂ ਕਿਸੇ ਫਲਾਣੇ ਪਾਰਟੀ ਦੁਆਰਾ ਸਪੌਂਸਰਡ ਆ, ਉਸੇ ਚੀਜ਼ ਤੋਂ ਬਚਾਉਣ ਲਈ ਜਿਹੜੇ ਆਉਂਦੇ ਆ ਉਹਨਾਂ ਦਾ ਸਵਾਗਤ ਹੈ ਜੀ। ਇਸ ਤਰ੍ਹਾਂ ਨਹੀਂ ਹੈ ਵੀ ਕੋਈ ਉਹਨਾਂ ਨੂੰ ਦਰਕਾਰਿਆ ਜਾ ਰਿਹਾ ਜਾਂ ਨਿੰਦਿਆ ਜਾ ਰਿਹਾ। ਸਟੇਜਾਂ ਤੋਂ ਵੀ ਅਨਾਉਂਸਮੈਂਟਾਂ ਕੀਤੀਆਂ ਨੇ ਤੁਹਾਡਾ ਆਇਆਂ ਦਾ ਸਤਿਕਾਰ ਹੈ, ਪਰ ਸੰਗਤ 'ਚ ਬੈਠੋ। ਜਿਹੜਾ ਮੇਨ ਥਾਂ ਆ ਉਹ ਜਿਹੜੇ ਕਿਸਾਨ ਆਗੂਆਂ ਵਾਸਤੇ ਉਹਨੇ ਰਾਖਵਾਂ ਰੱਖਿਆ ਤਾਂ ਕਿ ਇਸ ਲਹਿਰ ਉੱਤੇ ਕੋਈ ਵੀ ਮਤਲਬ ਇਹ ਆਪਣਾ ਇੱਥੇ ਦੋਸ਼ ਨਾ ਲੱਗੇ ਕਿ ਕਿਸੇ ਦੁਆਰਾ ਸਪੌਂਸਰਡ ਹੈ ਜਾਂ ਕਿਸੇ ਪਾਰਟੀ ਦੁਆਰਾ ਸਪੌਂਸਰ। ਬਿਲਕੁਲ ਜੀ, ਅੱਜ ਕਈ ਸਿਆਸੀ ਆਗੂ ਆਏ ਸੀ ਤੇ ਉਹ ਆਮ ਦੇ ਲੋਕਾਂ ਦੇ ਵਿੱਚ ਹੀ ਜਿਹੜੇ ਉਹ ਬੈਠੇ ਦੇਖੇ ਗਏ। ਤੋਂ ਇਹ ਟੋਨੀ ਭਾਜੀ ਸਾਡੇ ਨਾਲ ਗੱਲਬਾਤ ਕਰਦੇ ਪਏ ਸੀ, ਸੰਦੀਪ ਨੰਗਲੰਬੀਆਂ ਗੱਲਬਾਤ ਕਰਦੇ ਪਏ ਸੀ, ਤੇ ਹੋਰ ਵੀ ਸਾਡੇ ਨਾਲ ਖਿਡਾਰੀ ਨੇ ਨੰਨੀ ਗੋਪਾਲਪੁਰ, ਉਹ ਵੀ ਲਾਗੇ ਆ ਜਾਣ, ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ। ਹਾਂਜੀ ਨੰਨੀ ਭਾਜੀ, ਤੁਹਾਡੀ ਸੇਵਾ ਵੀ ਬੇਕਮਾਲ ਆ ਤੇ ਲਗਾਤਾਰ ਤੁਸੀਂ ਲੰਗਰਾਂ ਦੀ ਸੇਵਾ ਕਰਦੇ ਹੋ। ਸਟੇਜ ਤੇ ਜਿਹੜੀ ਤੁਹਾਡੀ ਮੇਨ ਰਸਤਾ ਜਿੱਥੋਂ ਅੰਦਰ ਐਂਟਰੀ ਹੁੰਦੀ ਹੈ ਉੱਥੇ ਤੁਹਾਡੀ ਜਿਹੜੀ ਡਿਊਟੀ ਲੱਗੀ ਰਹਿੰਦੀ ਹੈ ਸਾਰਾ ਦਿਨ? ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੱਦਾਂ ਆਪਣਾ ਇਹ ਕਿਸਾਨੀ ਸੰਘਰਸ਼ ਜਿਹੜੇ ਬਿੱਲ ਸੀ ਇਹਦੇ ਵਿਰੋਧ 'ਚ ਆਪਣਾ ਇਹ ਫਰਜ਼ ਆ
ਅਸੀਂ ਇਹ ਆਪਣਾ ਫਰਜ਼ ਸਮਝ ਕੇ ਨਿਭਾ ਰਹੇ ਹਾਂ ਤੇ ਬਾਕੀ ਜਿੱਦਾਂ ਸਾਨੂੰ ਜਥੇਬੰਦੀਆਂ ਜੋ ਡਿਊਟੀ ਲਾਉਂਦੀਆਂ ਜਾਂ ਜੋ ਹੁਕਮ ਹੁੰਦਾ ਜਥੇਬੰਦੀਆਂ ਦਾ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਹਾਂ। ਸਾਡੀ ਜਿੱਦਾਂ ਜਥੇਬੰਦੀਆਂ ਨੇ ਬੈਕ ਸਟੇਜ ਤੇ ਤਾਂ ਸਿਕਿਉਰਿਟੀ ਦੀ ਲਾਈ ਸੀਗੀ ਆਪਣੀ ਡਿਊਟੀ, ਉਹ ਸਾਰੇ ਪਲੇਅਰ ਜਿੰਨੇ ਵੀ ਇੱਥੇ ਹੁੰਦੇ ਆ ਆਪਣੇ ਸਾਰੇ ਵਧੀਆ ਤਰੀਕੇ ਨਾਲ ਨਿਭਾਉਂਦੇ ਆ। ਤੇ ਜਿਹੜੇ ਉਦਣ ਆਪਣੇ ਪਰਸੋਂ ਸ਼ਰਾਰਤੀ ਆਨਸਰ ਫੜ ਹੋਏ ਸੀਗੇ ਉਹ ਵੀ ਆਪਣੇ ਕਬੱਡੀ ਪਲੇਅਰਾਂ ਨੇ ਫੜੇ ਸੀਗੇ। ਆਪਣੇ ਮੁੰਡਾ ਮਲੇਰਕੋਟਲੇ ਦੇ ਬੱਬੂ ਤਾਂ ਅਮਨ ਮੁੰਡਾ, ਉਹਨਾਂ ਨੇ ਡਰੋਨ ਵਾਲੇ ਜਿਹੜੇ ਸੀਗੇ ਸ਼ਰਾਰਤੀ ਆਨਸਰ, ਉਹ ਆਪਣੇ ਕਬੱਡੀ ਵਾਲੇ ਨੇ ਫੜੇ। ਬਾਅਦ ਚੋਂ ਸਰਸਾ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਉੱਥੇ, ਤੇ ਸਰਸਾ ਸਾਹਿਬ ਨੇ ਆ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਅਰੈਸਟ ਕਰਾਇਆ ਹੈਗਾ। ਤੇ ਰਾਤ ਨੂੰ ਵੀ ਸਾਰੇ ਮੁੰਡੇ ਆਪਣੇ ਕਬੱਡੀ ਵਾਲੇ ਜਿੰਨੇ ਵੀ ਹੈਗੇ ਸਾਰੇ ਡਿਊਟੀ ਕਰਦੇ ਆ। ਉਹ ਜਿਹੜਾ ਸੀਗਾ ਉਹ ਆਪਣੇ ਬੰਦਿਆਂ ਨੇ ਉਹਨਾਂ ਨੂੰ ਸ਼ਰਾਰਤੀ ਆਨਸਰਾਂ ਨੂੰ ਫੜਿਆ ਸੀ। ਉਹ ਤੁਸੀਂ ਉੱਥੇ ਰਹਿੰਦੇ ਆ ਸਟੇਜ ਤੇ, ਸਿਕਿਉਰਿਟੀ ਡਿਊਟੀ ਰਹਿੰਦੀ ਤੁਹਾਡੀ, ਤੇ ਕਿੰਨੀਆਂ ਕੁ ਜਿਹੜੀਆਂ ਸ਼ਖਸੀਅਤਾਂ ਆਉਂਦੀਆਂ ਵਾ, ਕੋਈ ਉੱਥੇ ਬਹਿਸਬਾਜ਼ੀ ਦੀ ਕੋਈ ਗਲਤ ਨਹੀਂ ਹੁੰਦੀ ਵੀ ਸਾਰੇ ਜੋ ਤੁਸੀਂ ਕਹਿੰਦੇ ਆ ਉਹ ਮੰਨ ਜਾਂਦੇ ਆਰਾਮ ਨਾਲ? ਨਹੀਂ, ਜਿੱਦਾਂ ਹੁਣ ਕਬੱਡੀ ਪਲੇਅਰ ਕਰਕੇ ਸਾਰੇ ਲੋਕ ਜਾਣਦੇ ਆ ਸਾਨੂੰ, ਲੋਕੀ ਸਾਨੂੰ ਇੱਜ਼ਤ ਮਾਣ ਦਿੰਦੇ, ਜੋ ਕਿਸੇ ਨੂੰ ਪਿਆਰ ਨਾਲ ਅਸੀਂ ਸਤਿਕਾਰ ਨਾਲ ਗੱਲ ਕਹੀਦੀ ਆ, ਸਾਰੇ ਬਹੁਤ ਪ੍ਰਾਈਮ ਨਾਲ ਸਤਿਕਾਰ ਨਾਲ ਸਾਡੀ ਗੱਲ ਨੂੰ ਮੰਨਦੇ ਆ। ਇਦਾਂ ਦੀ ਕਦੀ ਕੋਈ ਗੱਲ ਨਹੀਂ ਹੋਈ। ਇਹ ਸਾਰੇ ਕਿਸਾਨੀ ਸੰਘਰਸ਼ ਸਾਰੇ ਲੋਕ ਸਮਝਦੇ ਆ, ਉਹ ਆਪਣਾ ਆਪਣਾ ਫਰਜ਼ ਨਿਭਾਉਣ, ਸਾਰੇ ਆਪਣੀ ਆਪਣੀ ਰੋਲ ਵਧਾਉਣ ਇੱਥੇ ਅਦਾ ਕਰਨਾ ਹੈ। ਦੂਜੀਆਂ ਸਟੇਟਾਂ ਦੇ ਵੀ, ਕਿਉਂਕਿ ਤੁਸੀਂ ਸਟੇਟ ਦੇ ਲਾਗੇ ਰਹਿੰਦੇ ਆ, ਬਹੁਤ ਗਿਣਤੀ ਵਿੱਚ ਬੰਗਾਲ ਦੇ ਲੋਕ ਆਏ ਹੋਏ ਆ, ਤਾਮਿਲਨਾਡੂ ਦੇ ਲੋਕ ਆਏ ਹੋਏ ਆ, ਆਂਧਰਾ ਤੋਂ ਲੋਕ ਆਏ, ਮੱਧ ਪ੍ਰਦੇਸ਼ ਤੋਂ, ਉਹ ਕਿਸਾਨਾਂ ਦੇ ਜਿਹੜੇ ਸੰਘਰਸ਼ ਦਾ ਹਿੱਸਾ ਬਣੇ ਹੋਏ, ਔਰ ਉਹ ਕਹਿ ਰਿਹਾ ਕਿ ਸਾਨੂੰ ਉੱਧਰ ਜਿਹੜੀਆਂ ਸਾਡਾ ਸਾਥ ਦੇਣ ਪਹੁੰਚੇ ਆ, ਕਿਉਂਕਿ ਉਹਨਾਂ ਨੂੰ ਇਹ ਅਹਿਸਾਸ ਹੋ ਚੁੱਕਾ, ਉਹਨਾਂ ਸਟੇਟਾਂ ਦੇ ਸਭ ਤੋਂ ਪਹਿਲਾਂ ਇਹ ਕਾਨੂੰਨ ਲੱਗ ਚੁੱਕੇ ਆ। ਉਹਨਾਂ ਦੀ ਇੰਨੀ ਦੁਰਦਸ਼ਾ ਕਰ ਦਿੱਤੀ ਗਈ ਹੈ ਸਰਕਾਰਾਂ ਨੂੰ, ਇਹਨਾਂ ਕਾਨੂੰਨਾਂ ਨੇ ਇੰਨੇ ਮਾੜੇ ਹਾਲਾਤ ਲਿਆਤੇ ਆ, ਉਹ ਰੋਟੀ 2 ਵਕਤ ਦੀ ਰੋਟੀ ਤੋਂ ਵੀ ਆਵਾਜ਼ਾਰ ਹੋਏ ਪਏ ਆ। ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਹੀ ਕਿਸਾਨ ਅੱਜ ਇੱਥੇ ਸੜਕਾਂ 'ਤੇ ਬੈਠਾ, ਤੇ ਇਹ ਗਲਤ ਰਾਜਨੀਤਿਕ ਲੋਕਾਂ ਦੇ ਤਾਂ ਜਿਹੜੇ ਹੁਣ ਸੰਘਰਸ਼ ਨੂੰ ਫੇਲ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਆ ਰਾਜਨੀਤਿਕ ਲੋਕ। ਜਿਹੜਾ ਕਿਸਾਨ ਅੱਜ ਸੜਕਾਂ 'ਤੇ ਬੈਠਾ ਇਹ ਰਾਜਨੀਤਿਕ ਲੋਕਾਂ ਦੀ ਦੇਣ ਆ। ਸਾਡੇ ਮੰਤਰੀ ਜਿਹੜਾ ਕੋਲ ਰਾਜ ਸੀ, ਉਹ ਜੇ ਬੰਦੇ ਸੱਚੇ ਜਾਂ ਸੁੱਚੇ ਹੁੰਦੇ ਤਾਂ ਅੱਜ ਸਾਨੂੰ ਸੜਕਾਂ 'ਤੇ ਬਹਿਣ ਦੀ ਲੋੜ ਨਹੀਂ ਪੈਣੀ ਸੀ। ਤੁਹਾਨੂੰ ਲੱਗਦਾ ਨੰਨੀ ਗੋਪਾਲਪੁਰ ਜੀ ਕਿ ਇਸ ਸੰਘਰਸ਼ ਤੋਂ ਬਾਅਦ ਜਦੋਂ ਸਫਲਤਾ ਮਿਲ ਜੂਗੀ ਕਿਸਾਨਾਂ ਨੂੰ, ਉਸ ਤੋਂ ਬਾਅਦ ਫਿਰ ਪੰਜਾਬ ਵਾਪਸ ਜਾਣਗੇ ਸਾਰੇ, ਉੱਥੇ ਫਿਰ ਇਲੈਕਸ਼ਨਾਂ ਦਾ ਦੌਰ ਆਉਣਾ, ਕਿ ਇਹ ਜਿਹੜੇ ਦਿਨ ਆ ਯਾਦ ਰਹਿਣਗੇ ਜਾਂ ਫਿਰ ਭੁੱਲ ਕੇ ਉਹੀ ਵੋਟਾਂ ਦੀ ਰਾਜਨੀਤੀ 'ਚ ਫਸ ਜਾਣਗੇ? ਇਹ ਜੀ ਜਿਹੜੀ ਜਿੱਤ ਹਾਰ ਹੋਣੀ ਉਹਦਾ ਹੀ ਰੱਬ ਦੇ ਹੱਥ ਆ। ਇੱਥੋਂ ਜਿੱਤਣਾ ਜਾਂ ਹਾਰਨਾ ਇਹਦਾ ਹਲੇ 9 ਤਰੀਕ ਨੂੰ ਪਤਾ ਲੱਗੂਗਾ। ਪਰ ਇਹ ਇੱਕ ਇਤਿਹਾਸਕ ਸੰਘਰਸ਼ ਆ, ਇਹਨੂੰ ਰਹਿੰਦੀ ਸਦੀਆਂ ਤਾਈਂ ਯਾਦ ਰੱਖਿਆ ਜਾਊਗਾ। ਇਹ ਸੀ ਇਸ ਦਾ ਹਿੱਸਾ ਆ, ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ। ਇਹਨੂੰ ਸਦੀਆਂ ਤਾਈਂ ਸੰਘਰਸ਼ ਨੂੰ ਚੇਤਾ ਰੱਖਿਆ ਜਾਊਗਾ। ਜੇ ਉੱਥੇ ਜਿੱਤਾਂਗੇ ਤਾਂ ਬਾਕੀ ਜਿਹੜੀ 2022 ਦੀਆਂ ਵੋਟਾਂ ਲਿਖਣਾ ਉਹ ਬਾਅਦ ਦੀ ਗੱਲ ਹੈ। ਪਹਿਲਾਂ ਆਪਾਂ ਨੂੰ ਇਹ ਮੁੱਦਾ ਆਪਣਾ ਜਿੱਤ ਦਾ, ਜੇ ਰਾਜਨੀਤੀ ਉੱਥੇ ਆ ਕੇ ਰਾਜਨੀਤੀ ਕਰਨ ਲੱਗ ਪਏ ਲੋਕ ਸਾਡੇ, ਫਿਰ ਇਹਨਾਂ ਨੇ ਵੀ ਰਾਜਨੀਤੀ ਚੀਜ਼ ਹੀ ਇਦਾਂ ਦੀ ਹੈ, ਚੰਗੇ ਭਲੇ ਬੰਦਿਆਂ ਨੂੰ ਗੰਦਾ ਕਰ ਦਿੰਦੀ ਹੈ। ਬਿਲਕੁਲ ਜੀ। ਤੋਂ ਸਾਡੇ ਨਾਲ ਨੰਨੀ ਗੋਪਾਲਪੁਰ ਤੇ ਹੋਰ ਕਈ ਖਿਡਾਰੀ ਗੱਲਬਾਤ ਕਰਦੇ ਪਏ ਸੀ, ਤੇ ਹੋਰ ਵੀ ਖਿਡਾਰੀ ਸਾਡੇ ਨਾਲ ਜੁੜ ਚੁੱਕੇ ਨੇ। ਇਸ ਆਜੋ ਜੀ, ਇੱਧਰ ਆਜੋ। ਤੋਂ ਕਬੱਡੀ ਪ੍ਰਮੋਟਰ ਨੇ ਸਰਦਾਰ ਗੁਰਚਰਨ ਸਿੰਘ, ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਤੇ ਪਹਿਲਾਂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ। ਕੀ ਕਹਿਣਾ ਚਾਹੁੰਦੇ ਹੋ ਇਹ ਪੂਰੇ ਸੰਘਰਸ਼ਾਂ ਬਾਰੇ, ਔਰ ਤੁਸੀਂ ਵੀ ਨੇੜੇ ਤੋਂ ਤੱਕਿਆ ਇਹਨਾਂ ਨੂੰ? ਦੇਖੋ, ਜਿੱਦਾਂ ਟੋਨੀ ਭਾਜੀ ਨੇ ਪਹਿਲੋਂ 1-2 ਗੱਲਾਂ ਮੈਂ ਐਡ ਕਰਨੀਆਂ ਚਾਹੁੰਦਾ। ਟੋਨੀ ਭਾਜੀ ਨੇ ਪਹਿਲੋਂ ਹੁਣ ਕਹਿ ਕੇ ਹਟੇ ਆ ਵੀ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹ 'ਚ ਪੰਜਾਬ ਤੇ ਬੰਗਾਲ ਸਾਰਿਆਂ ਤੋਂ ਪਹਿਲਾਂ ਉੱਠਿਆ ਸੀ, ਤੇ ਇਸ ਸੰਘਰਸ਼ ਦੇ ਵਿੱਚ ਪੰਜਾਬ ਤੇ ਹਰਿਆਣੇ ਨੇ ਲਾਮਬੰਦੀ ਕੀਤੀ ਆ। ਅੱਜ ਤੁਸੀਂ ਸਟੇਜ ਤੇ ਦੇਖਿਆ ਹੋਣਾ ਵਾ ਕਿ ਦੇਸ਼ ਦੀਆਂ 2 ਵੱਡੀਆਂ ਸੰਸਥਾਵਾਂ, ਸੁਪਰੀਮ ਕੋਰਟ ਦੇ ਤੇ ਹਾਈ ਕੋਰਟ ਦੇ ਵਕੀਲ ਆਏ ਸੀ। ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਸਟੇਜ ਤੋਂ ਅਨਾਉਂਸਮੈਂਟ ਕਰ ਦਿੱਤੀ ਆ ਕਿ 9 ਤਰੀਕ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਹੀ ਕੋਰਟਾਂ ਬੰਦ ਕਰ ਦਿੱਤੀਆਂ ਜਾਣਗੀਆਂ ਜੇ ਸਰਕਾਰ ਨੇ ਕਿਸਾਨਾਂ ਦਾ ਸਹੀ ਹੱਲ ਨਾ ਕੀਤਾ। ਇਵੇਂ ਹੀ ਸਾਡੀ ਦੇਸ਼ ਦੀ ਇੱਕ ਬਹੁਤ ਵੱਡਾ ਰੇਲਵੇ ਨੇ ਵੀ ਇਹ ਅਨਾਉਂਸਮੈਂਟ ਸਟੇਜ ਤੋਂ ਕਰ ਦਿੱਤੀ ਆ ਕਿ ਜੇਕਰ ਸਰਕਾਰ ਨੇ ਕਿਸਾਨਾਂ ਦਾ ਸਹੀ ਹੱਲ ਨਾ ਕੀਤਾ ਤਾਂ 9 ਤੋਂ ਬਾਅਦ ਜਿਹੜੀਆਂ ਸਾਰੀਆਂ ਟ੍ਰੇਨਾਂ ਵਾ, ਕਿਸੇ ਵੀ ਕਿਸਾਨ ਨੂੰ ਪਟੜੀ ਤੇ ਬਹਿਣ ਦੀ ਲੋੜ ਨਹੀਂ, ਅਸੀਂ ਹੀ ਬੰਦ ਕਰ ਦੇਵਾਂਗੇ। ਸਾਡਾ ਕੋਈ ਵੀ ਵਰਕਰ ਜਿਹੜਾ ਵਾ ਉਹ ਟ੍ਰੇਨ ਦਾ ਵਾ ਉਹ ਨਹੀਂ ਕੰਮ ਤੇ ਜਾਊਗਾ, ਇਹਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਊਗਾ। ਹੌਲੀ ਹੌਲੀ ਸਾਰੇ ਸਾਨੂੰ ਦੇਸ਼ ਦੇ ਹਰੇਕ ਹਿੱਸੇ ਦੇ ਵਿੱਚੋਂ ਸਪੋਰਟ ਮਿਲਣੀ ਸ਼ੁਰੂ ਹੋ ਗਈ ਆ। ਜਿਹੜੀ ਇਹ ਲਹਿਰ ਸੀਗੀ ਬਹੁਤ ਦੇਸ਼ ਪੱਧਰ ਦੀ ਹੋ ਗਈ ਆ, ਬਲਕਿ ਕੌਮਾਂਤਰੀ ਪੱਧਰ ਦੀ ਹੋ ਗਈ ਆ। ਤੁਹਾਨੂੰ ਪਤਾ ਕੁਝ ਬਾਹਰਲੇ ਦੇਸ਼ਾਂ ਤੋਂ ਵੀ ਜਿਹੜੇ ਵੱਡੇ ਨੇਤਾ ਵਾ ਉਹਨਾਂ ਨੇ ਟਵੀਟ ਕਰਕੇ ਕਿਹਾ ਵਾ ਕਿ ਇਹ ਸ਼ਾਂਤਮਈ ਧਰਨਾ ਵਾ। ਜੇ ਕਿਸੇ ਸਰਕਾਰ ਨੇ, ਇੰਡੀਆ ਦੀ ਸਰਕਾਰ ਨੇ ਕੋਈ ਵੀ ਇਹ 'ਚ ਗਲਤ ਦਖਲਅੰਦਾਜ਼ੀ ਜਾਂ ਇਹਨੂੰ ਕੁਛ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸ ਸਰਕਾਰ ਨੂੰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਨਹੀਂ ਵੜਨ ਦੇਵਾਂਗੇ। ਬਾਕੀ ਮੇਰਾ ਵੀਰ ਪੂਰੇ ਲੋਕ ਚੜ੍ਹਦੀ ਕਲਾ ਦੇ ਵਿੱਚ ਵਾ, ਤੁਸੀਂ ਪਿੱਛੇ ਤਾਂ ਹੀ ਰੋਜ਼ ਦੇਖਦੇ ਹੀ ਆ, ਤੇ ਜਿਹੜਾ ਵਾ ਸਾਨੂੰ ਲੱਗਦਾ 9 ਨੂੰ ਇਹਦਾ ਕੋਈ ਨਾ ਕੋਈ ਬਹੁਤ ਸਾਰਥਕ ਹੱਲ ਜ਼ਰੂਰ ਨਿਕਲੂਗਾ। ਬਿਲਕੁਲ ਜੀ। ਵੱਡੇ ਜਿਹੜੇ ਵਕੀਲ ਆ ਦਿੱਲੀ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ, ਉਹ ਅੱਜ ਇੱਥੇ ਪਹੁੰਚੇ ਆ, ਤੇ ਸਾਡੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ। ਉਹਨਾਂ ਨੇ ਇਹੋ ਹੀ ਕਿਹਾ
ਕਿ ਅਸੀਂ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਖੜੇ ਆ। ਤੇ ਪਿਛਲੇ ਦਿਨੀ ਜਿਹੜੇ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਜਿਹੜੇ ਵਾਹਨ ਜ਼ਬਤ ਕੀਤੇ ਗਏ ਸੀ, ਉਹਨਾਂ ਦੇ ਮੁਕੱਦਮੇ ਦਰਜ ਕੀਤੇ ਗਏ ਸੀ, ਉਹਨਾਂ ਦੀ ਵੀ ਪੈਰਵਾਈ ਉਹ ਜਿਹੜੇ ਵਕੀਲ ਕਰ ਰਹੇ ਆ। ਤਾਂ ਕਾਫੀ ਕਿਸਾਨਾਂ ਨੂੰ ਉਹਨਾਂ ਮੁਕੱਦਮਿਆਂ 'ਚ ਉਹਨਾਂ ਨੇ ਬਾਹਰ ਵੀ ਕਢਾ ਦਿੱਤਾ ਵਾ। ਹਾਂਜੀ ਬਿਲਕੁਲ ਤੁਹਾਡੀ ਇਹ ਸਹੀ ਗੱਲ ਆ ਜੀ। ਕੁਛ ਇੱਕ ਜਿਹੜੇ ਮਤਲਬ ਇੱਕ ਨਾ ਜਿਹੜੀ ਦੇਸ਼ ਦੇ ਵਿੱਚ ਮੈਂ ਕਹਿੰਦਾ ਤੁਸੀਂ ਪੰਜਾਬ ਦੀ ਗੱਲ ਕੀਤੀ ਸੀ ਨਾ, ਵੀ ਪੰਜਾਬ ਦੀ ਰਾਜਨੀਤੀ ਅੱਜ ਥੋੜੀ ਦੇਰ ਪਹਿਲਾਂ ਸਾਡੇ ਕੋਲ ਹਰਿਆਣੇ ਦੇ ਕੁਝ ਵੀਰ ਆਏ ਸੀ, ਉਹ ਸਾਨੂੰ ਸਪੈਸ਼ਲ ਤੌਰ ਤੇ ਇੱਥੇ ਇਹ ਗੱਲ ਕਹਿ ਕੇ ਗਿਆ ਕਿ ਇਸ ਤੋਂ ਬਾਅਦ ਮਤਲਬ ਕਿ ਆਪਾਂ ਪੰਜਾਬ ਹਰਿਆਣੇ ਨੂੰ ਇੱਕ ਕਰਨਾ ਵਾ। ਹਰਿਆਣੇ ਦੇ ਵੀਰ ਸਾਨੂੰ ਇੱਥੇ ਆ ਕੇ ਇਹ ਕਹਿ ਰਹੇ ਆ ਕਿ ਜਿਹੜਾ ਬਾਰਡਰ ਵਾ, ਜਿਹੜਾ ਪੋਲੀਟੀਕਲ ਲੋਕਾਂ ਨੇ ਸਾਡੇ ਵਿੱਚ ਇਹ ਬਾਰਡਰ ਖੜਾ ਕੀਤਾ ਸੀ ਨਾ, ਇਹਨੂੰ ਖਤਮ ਕਰਕੇ ਉਹ ਕਹਿੰਦੇ ਅਸੀਂ ਆਪ ਕਹਿੰਦੇ ਆ ਕਿ ਇੱਕ ਮਹਾ ਪੰਜਾਬ ਬਣਾਓ ਜਿਹਦੀ ਗੱਲ ਸੈਂਟਰ ਦੇ ਵਿੱਚ ਸੁਣੀ ਜਾਵੇ। ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਨੂੰ ਇੰਨੇ ਥਾਈਂ ਟੋਟੇ ਕਰ ਦਿੱਤੇ ਗਏ ਆ। ਸਾਡੇ ਕੋਲ MP ਦੀਆਂ ਸੀਟਾਂ 13 ਸਾਡੇ ਕੋਲ ਆ, ਤੇ 8 ਦੇ ਲਗਭਗ ਹਰਿਆਣੇ ਕੋਲ ਆ। ਉਹ ਜਿੱਦਾਂ ਸਾਡੀ ਸੁਣਵਾਈ ਘਟ ਗਈ ਆ, ਉਹ ਆਪ ਇਹ ਗੱਲ ਹਰਿਆਣੇ ਦੇ ਵੀਰ ਸਾਨੂੰ ਕਹਿ ਗਏ ਕਿ ਮਹਾ ਪੰਜਾਬ ਬਣਾਇਆ ਜਾਊਗਾ ਜਿਹਦੀ ਸੈਂਟਰ ਦੇ ਵਿੱਚ ਦੁਬਾਰਾ ਤੋਂ ਪਹਿਲ ਦੇ ਆਧਾਰ ਤੇ ਗੱਲ ਸੁਣੀ ਜਾਊਗੀ। ਬਿਲਕੁਲ ਜੀ, ਗੱਲ ਤੁਹਾਡੀ ਠੀਕ ਹੈ। ਪਹਿਲਾਂ ਵੀ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਹੋਈਆਂ ਤੇ ਹੁਣ ਵੀ ਸੋਸ਼ਲ ਮੀਡੀਆ ਤੇ ਇਸ ਸੰਘਰਸ਼ ਤੋਂ ਕੁਝ ਦਿਨ ਪਹਿਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉੱਠੀਆਂ ਕਿ ਪੰਜਾਬ ਦਾ ਕੁਝ ਹਿੱਸਾ ਜੰਮੂ ਕਸ਼ਮੀਰ ਦੇ ਵਿੱਚ ਮਿਲਾ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਆਈਆਂ, ਪਰ ਹੁਣ ਚਰਚਾ ਪੰਜਾਬ ਵੱਲੋਂ ਵੀ ਹੋ ਰਹੀ ਹੈ, ਹਰਿਆਣੇ ਵੱਲੋਂ ਹੋ ਰਹੀ ਹੈ ਕਿ ਹੁਣ ਸਮਾਂ ਆ ਗਿਆ, ਸਾਨੂੰ ਫੇਰ ਤੋਂ ਇੱਕ ਹੋਣਾ ਚਾਹੀਦਾ ਵਾ। ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਆ। ਇਹਦਾ ਤੁਸੀਂ ਮਤਲਬ ਕਿ ਇਹ ਕੋਈ ਗੱਲਾਂ ਮੇਰਾ ਵੀਰ ਇੱਦਾਂ ਨਹੀਂ ਕਿ ਲੋਕੀ ਕਰਕੇ ਛੱਡ ਜਾਣਗੇ। ਇਹਦਾ ਆਉਣ ਵਾਲੇ ਦਿਨਾਂ 'ਚ ਤੁਸੀਂ ਇਹਦਾ ਰਿਜ਼ਲਟ ਛੇਤੀ ਦੇਖਣਾ ਸ਼ੁਰੂ ਕਰ ਦੋਗੇ, ਕਿਉਂਕਿ ਇੱਥੇ ਵਿੱਚ ਫਰੰਟ ਤੇ ਵੀ ਮੈਂ ਕੱਲ ਬੈਠਾ ਸੀ, ਉੱਥੇ ਵੀ ਇਹ ਗੱਲਬਾਤ ਜਿਹੜੇ ਆਮ ਲੋਕੀ ਇਹ ਗੱਲਬਾਤ ਕਰ ਰਿਹਾ ਕਿ ਇਸ ਧਰਨੇ ਤੋਂ ਬਾਅਦ ਪੰਜਾਬ ਹਰਿਆਣੇ ਨੂੰ ਜਿਹੜੀ ਇੱਕ ਕਰਨ ਦੀ ਰਣਨੀਤੀ ਆ ਉਹ ਵੱਡੇ ਤੌਰ ਤੇ ਘੜੀ ਜਾਊਗੀ। ਤੇ ਇਹਦੇ ਲਈ ਜੋ ਵੀ ਪ੍ਰੋਗਰਾਮ ਲੀਕੇ ਜਾਣਗੇ ਉਹ ਤੁਸੀਂ ਆਮ ਲੋਕਾਂ ਦੇ ਵਿੱਚ, ਇਹ ਕੋਈ ਪੋਲੀਟੀਕਲ ਲੋਕਾਂ ਵੱਲੋਂ ਨਹੀਂ, ਆਮ ਲੋਕਾਂ ਕਹਿੰਦੇ ਤੁਸੀਂ ਸਾਨੂੰ ਜਾਣਾ ਨਹੀਂ, ਸਾਨੂੰ ਘਰੋਂ ਲਿਆ ਕੇ ਚਾਹ ਪਿਆਈ ਸਾਰਾ ਕੁਝ ਕੀਤਾ। ਤਾਂ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਡੇਲੀ 100 ਲੀਟਰ ਦੁੱਧ ਤੁਹਾਡੇ ਲੰਗਰ 'ਚ ਜ਼ਰੂਰ ਦੇ ਕੇ ਜਾਣਾ। ਔਰ ਕੱਲ੍ਹ ਤੋਂ ਅੱਜ ਅਸੀਂ ਗਏ ਸੀ, ਔਰ ਕੱਲ੍ਹ ਤੋਂ ਅੱਜ ਵੀ ਸਾਨੂੰ ਸ਼ਾਮੀ ਆਏ ਆ, ਸਵੇਰ ਤੋਂ ਉਹਨਾਂ ਦਾ ਦੁੱਧ ਇੱਥੇ ਸਟਾਰਟ ਹੋ ਜਾਣਾ ਵਾ। ਤਾਂ ਪੰਜਾਬ ਤੇ ਹਰਿਆਣੇ ਦੀ ਜਿੱਦਾਂ ਤੁਸੀਂ ਵੀ ਵੀਰ ਜੀ ਕਿਹਾ ਵਾ ਕਿ ਸਾਂਝੀ ਖੀਰ ਜਿਹੜੀ ਉਹ ਕੱਲ੍ਹ ਤੋਂ ਹੀ ਬਣਨੀ ਸ਼ੁਰੂ ਹੋ ਜਾਣੀ ਆ, ਵੀ ਚੌਲ ਪੰਜਾਬ ਦੇ ਤੇ ਦੁੱਧ ਹਰਿਆਣੇ ਦਾ। ਬਹੁਤ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵਾ। ਔਰ ਸਾਰਿਆਂ ਨੂੰ ਵੱਡਾ ਵੀਰ ਜੀ ਮੈਂ ਪੰਜਾਬੀ ਮੀਡੀਏ ਨੂੰ, ਜਿਹੜੇ ਤੁਸੀਂ ਮੇਰੇ ਵੀਰ ਫਿਰਦੇ, ਤੁਹਾਨੂੰ ਕਹਿਣਾ ਚਾਹੂੰਗਾ ਇਹ ਪਹਿਲੀ ਵਾਰ ਹੋਇਆ ਵਾ ਕਿ ਜਿਹੜਾ ਨੈਸ਼ਨਲ ਮੀਡੀਆ ਸੀਗਾ ਉਹਨੂੰ ਵੀ ਤੁਸੀਂ ਨੱਪ ਲਿਆ ਵਾ, ਉਹਨੂੰ ਮਜਬੂਰ ਹੋ ਕੇ ਹੁਣ ਸਾਡੀ ਜਿਹੜੀ ਖਬਰ ਵਾ ਚਲਾਉਣੀ ਪੈ ਰਹੀ ਆ। ਉਹਨਾਂ ਨੂੰ ਇਸ ਗੱਲ ਨੂੰ ਮੰਨਣਾ ਪੈ ਗਿਆ। ਪੰਜਾਬੀ ਮੀਡੀਆ ਜਿਹੜਾ ਸੀ ਉਹ ਇੰਨਾ ਸਟਰੋਂਗ ਹੋ ਗਿਆ ਵਾ ਕਿ ਨੈਸ਼ਨਲ ਮੀਡੀਆ ਨੂੰ ਮਜਬੂਰ ਹੋ ਕੇ ਸਾਡੀਆਂ ਖਬਰਾਂ ਲਾਉਣੀਆਂ ਪੈ ਰਹੀਆਂ। ਇਹਦੇ ਲਈ ਤੁਸੀਂ ਬਹੁਤ ਵੱਡੇ ਵਧਾਈ ਦੇ ਪਾਤਰ ਹੋ। ਤੁਹਾਨੂੰ ਵੀ ਸਾਰਾ ਪੰਜਾਬ ਜਿਹੜਾ ਵਾ ਮੀਡੀਆ ਪੰਜਾਬੀ ਨੂੰ ਵੀ ਸਜਦਾ ਕਰਦਾ ਮੇਰਾ ਵੀ। ਬਿਲਕੁਲ ਜੀ। ਤੋਂ ਲਗਾਤਾਰ ਸਾਡਾ ਜਿਹੜਾ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਤੇ ਹੋਰ ਵੀ ਜਿਹੜੇ ਕਬੱਡੀ ਦੇ ਖਿਡਾਰੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਪਏ ਹਾਂ। ਤੋਂ ਕਬੱਡੀ ਦੇ ਖਿਡਾਰੀ ਲੰਬੜਕੋਟ ਗਰੇਵਾਲ ਸਾਡੇ ਨਾਲ ਨੇ। ਲੰਬੜ ਭਾਜੀ, ਅੱਜ ਕਾਫੀ ਗਿਣਤੀ ਵਿੱਚ ਸੰਦੀਪ ਹੋਣਾ ਨੇ ਤੇ ਉਹਨਾਂ ਦੇ ਸਾਥੀਆਂ ਨੇ ਇੱਥੇ ਖਿਡਾਰੀਆਂ ਵਾਸਤੇ ਤੇ ਕਿਸਾਨਾਂ ਵਾਸਤੇ ਜਿਹੜਾ ਸਮਾਨ ਭੇਜਿਆ, ਕੀ ਕਹਿਣਾ ਚਾਹੋਗੇ? ਬਹੁਤ ਵੱਡਾ ਜੀ ਉਪਰਾਲਾ ਹੈ ਸਾਡੇ ਕਿਸਾਨ ਭਰਾਵਾਂ ਵੱਲੋਂ। ਤੇ ਜਿੱਦਾਂ ਕੋਈ ਵੀ ਜਿੰਨੇ ਆਪਣੇ ਸਾਰੇ ਪੰਜਾਬ ਦੀ ਕਬੱਡੀ ਦੀ ਕਰੀਮ ਹੈ ਜੀ, ਇੰਟਰਨੈਸ਼ਨਲ ਲੈਵਲ ਦੀ, ਸਾਰੇ ਇੱਥੇ ਪਹੁੰਚੇ ਆ। ਤੇ ਸਾਰਿਆਂ ਨਾਲੋਂ ਵੱਡਾ ਜਿੱਦਾਂ ਸੰਯੋਗ ਸਾਰਿਆਂ ਨੇ ਦਿੱਤਾ, ਸਾਡੇ ਟੋਨੀ ਭਾਜੀ ਰੁੜਕੇ ਵਾਲੇ, ਉਹਨਾਂ ਦੀ ਦੇਖ ਰੇਖ ਦੇ ਵਿੱਚ ਮੰਗੀ ਬੱਗਾ ਪਿੰਡ ਭਾਜੀ ਪਹਿਲੇ ਦਿਨ ਤੋਂ ਹੀ ਇਹ ਦੋ ਜਣੇ ਜਿੱਦਾਂ ਸਾਰੇ ਜਣੇ ਨਾਲ ਆਪਣੇ ਕਾਫਲੇ ਦੇ ਪਿੰਡੋਂ ਤੁਰੇ ਆ। ਤੇ ਉਹ ਫਿਰ ਇੱਥੇ ਜਦੋਂ ਕਾਫਲਾ ਪਹੁੰਚਿਆ ਨਹੀਂ, ਲੰਗਰ ਦਾ ਤੁਸੀਂ ਦੇਖ ਸਕਦੇ ਆ ਜੀ ਆ ਕਿੱਦਾਂ ਪ੍ਰਬੰਧ ਕੀਤਾ ਆ। ਤੇ ਆਪਣੇ ਆ ਦੇਖੋ ਤੁਸੀਂ, ਆਪਣੀ ਕੋਈ ਵੀ ਜਾਣੀ ਕਿ ਕਮੀ ਨਹੀਂ ਹੈਗੀ ਜੋ ਇੱਥੇ ਰਹਿ ਗਈ ਹੋਵੇ। ਤੇ ਹੋਰ ਜਿੱਦਾਂ ਜਾਣੀ ਕਿ ਇੱਕ ਜਿਹੜੀ ਡਿਫਰੈਂਟ ਚੀਜ਼ ਨਹੀਂ ਜੀ ਚਲਾਈ ਆ, ਉਹ ਜਿੱਦਾਂ ਵਾਸ਼ਿੰਗ ਮਸ਼ੀਨਾਂ ਵਿੱਚ ਆਪਣੇ ਕੋਈ ਵੀ ਮੇਰਾ ਵੀਰ ਇੱਥੇ ਆ ਕੇ ਕੱਪੜੇ ਧਵਾ ਸਕਦਾ। ਤੇ ਜਾਣੀ ਕਿ A to Z ਸਾਰਾ ਪ੍ਰਬੰਧ ਆ ਜੀ। ਤੇ ਜਿੱਦਾਂ ਆਪਣਾ ਬਲਕਾਰ ਭਾਜੀ ਆ ਜੌਲਾਂ ਤੋਂ, ਤੇ ਤੀਰਥ ਭਰਾ ਆ ਆਪਣਾ, ਸਾਰੇ ਜਾਣੇ ਗੁਰਦੀਪ ਮਾਧੋਪੁਰੀ ਆ, ਜਿੰਨੇ ਵੀ ਜਾਣ ਕੇ ਆਪਣੇ ਭਰਾ ਆ, ਤੇ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜੀ। ਇਹ ਸਵੇਰ ਤੋਂ ਸੇਵਾ ਕਰਦੇ ਆ ਮੇਰੇ ਵੀਰ। ਭਾਜੀ ਕਿੰਨੇ ਕੁ ਖਿਡਾਰੀ ਪਹੁੰਚੇ ਹੋਏ ਇੱਥੇ? ਭਾਜੀ A to Z ਸਾਰੇ ਪਹੁੰਚੇ ਆ। ਕੋਈ ਇੱਕ ਅੱਧਾ ਜਿੱਦਾਂ ਕੈਨੇਡਾ ਜਾਂ ਅਮਰੀਕਾ ਜਿਹੜਾ ਮੇਰਾ ਵੀਰ ਰਹਿੰਦਾ ਆ ਉਹ ਨਹੀਂ ਆ ਸਕਿਆ, ਤੇ ਨਹੀਂ ਤਾਂ ਤਕਰੀਬਨ ਸਾਰੇ ਇੱਥੇ ਜਿੱਦਾਂ ਜਾਣੀ ਕਿ ਪਹੁੰਚੇ ਆ ਭਾਜੀ। ਤੋ ਇਹ ਗੱਲਬਾਤ ਕਰ ਰਹੇ ਸੀ। ਹੁਣ ਸੀਚੇਵਾਲ ਵਾਲੇ ਜਿਹੜੇ ਸੰਤ ਮਹਾਂਪੁਰਸ਼ ਆ ਉਹਨਾਂ ਵੱਲੋਂ ਵੀ ਲੰਗਰ ਭੇਜਿਆ ਗਿਆ ਵਾ। ਇਹ ਜਿਹੜਾ ਇੱਥੇ ਜਿੰਨਾ ਵੀ ਲੰਗਰ ਪਿਆ ਜਾਂ ਰਸਤ ਪਈ ਆ, ਇਹ ਜਿਹੜੇ ਕਬੱਡੀ ਦੇ ਖਿਡਾਰੀ ਨੇ, ਖਾਸ ਕਰਕੇ ਦੁਆਬਾ ਖੇਤਰ ਦੇ ਜਾਂ ਜਿਹੜੇ ਉਹਨਾਂ ਦੇ ਹੋਰ ਵੀ ਸਾਥੀ ਖਿਡਾਰੀ ਨੇ, ਉਹਨਾਂ ਵੱਲੋਂ ਇਹ ਲੰਗਰ ਜਿਹੜਾ ਇੱਥੇ ਲਗਾਇਆ ਜਾ ਰਿਹਾ ਵਾ। ਤੇ ਖਿਡਾਰੀਆਂ ਵਾਸਤੇ ਅੱਜ ਵੀ ਜਿਹੜਾ ਇੱਕ ਟਰੱਕ ਦੇ ਵਿੱਚ ਸੰਦੀਪ ਨੰਗਲੰਬੀਆਂ ਤੇ ਹੋਰ ਖਿਡਾਰੀਆਂ ਵੱਲੋਂ ਜਿਹੜਾ ਇੱਥੇ ਸਮਾਨ ਭੇਜਿਆ। ਟੋਨੀ ਭਾਜੀ ਰੁੜਕਾ ਉਹਨਾਂ ਦੀ ਅਗਵਾਈ ਦੇ ਵਿੱਚ, ਮੰਗੀ ਮੰਗਾ ਪਿੰਡ, ਇਹਨਾਂ ਸਭ ਦੀ ਅਗਵਾਈ ਦੇ
ਵਿੱਚ ਸਾਰਾ ਇਹ ਜਿਹੜਾ ਕਾਰਜ ਆ ਕਿਸਾਨਾਂ ਵਾਸਤੇ ਜੋ ਵੀ ਸਮਾਨ ਭੇਜਿਆ ਜਾਂਦਾ, ਅੱਜ ਖਾਸ ਕਰਕੇ ਫਲ ਫਰੂਟ ਭੇਜੇ ਗਏ ਆ, ਉਹ ਇੱਥੇ ਚੱਲ ਰਿਹਾ। ਤੇ ਇੱਥੇ ਹੁਣ ਜਿਹੜਾ ਲੰਗਰ ਲਗਾਇਆ ਗਿਆ ਸੰਤਾਂ ਮਹਾਂਪੁਰਸ਼ਾਂ ਵੱਲੋਂ, ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਉਹਨਾਂ ਵੱਲੋਂ ਇਹ ਰਸਤਾਂ ਭੇਜੀਆਂ ਗਈਆਂ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਲੰਗਰ ਲਗਾਇਆ ਗਿਆ ਉਹ ਜ਼ਿਆਦਾ ਖਿਡਾਰੀ ਵੀਰ ਇੱਥੇ ਲੰਗਰ ਛਕਦੇ ਨੇ, ਕਿਸਾਨ ਵੀਰ ਵੀ ਲੰਗਰ ਛਕਦੇ ਨੇ। ਤੇ ਇੱਕ ਵਾਰ ਇਹ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਲੰਗਰ ਦੀਆਂ। ਔਰ ਖਾਸ ਕਰਕੇ ਇੱਕ ਹੋਰ ਇੱਥੇ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਕਿਸਾਨ ਵੀਰ ਇੱਥੇ ਆਏ ਹੋਏ ਨੇ, ਪਹੁੰਚੇ ਹੋਏ ਨੇ, ਉਹਨਾਂ ਵਾਸਤੇ ਜਿਹੜੇ ਉਹਨਾਂ ਦੇ ਕੱਪੜੇ, ਕਿਉਂਕਿ ਕਾਫੀ ਦਿਨ ਹੋ ਗਏ ਨੇ, ਅੱਜ 12ਵਾਂ ਦਿਨ ਹੈ ਸੰਘਰਸ਼ ਦਾ, ਤੇ ਕੱਪੜੇ ਉਹਨਾਂ ਦੇ ਗੰਦੇ ਹੋ ਜਾਂਦੇ ਨੇ, ਤੇ ਇਸ ਲਈ ਇੱਕ ਉਪਰਾਲਾ ਕੀਤਾ ਗਿਆ। ਇਹ ਨਵੀਆਂ ਹੀ ਬਿਲਕੁਲ ਨਵੀਆਂ ਨਕੋਰ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਆਈਆਂ ਨੇ ਤੇ ਕੱਪੜੇ ਧੋਣ ਦੀ ਜਿਹੜੀ ਫ੍ਰੀ ਸੇਵਾ ਆ ਉਹ ਇੱਥੇ ਕੀਤੀ ਜਾ ਰਹੀ ਹੈ। ਕੋਈ ਵੀ ਇੱਥੇ ਵੀਰ ਆ ਸਕਦਾ ਤੇ ਆ ਕੇ ਜਿਹੜਾ ਫ੍ਰੀ ਜਿਹੜੇ ਕੱਪੜੇ ਆਪਣੇ ਧਵਾ ਸਕਦਾ। ਤੇ ਹੁਣ ਮੈਂ ਇੱਧਰ ਕੈਮਰਾਮੈਨ ਨੂੰ ਕਹੂੰਗਾ ਭਾਜੀ ਜੌਣਾ ਤੋਂ ਇਹ ਨਹੀਂ ਵੀ ਜਿੱਦਾਂ ਮਤਲਬ ਬਹੁਤ ਜਿੱਦਾਂ ਸਹਿਯੋਗ ਦਿੱਤਾ ਸੇਵਾ ਦੇ ਵਿੱਚ। ਤੇ ਇੱਥੇ ਹੁਣ ਮੈਂ ਲੰਗਰ ਦੀਆਂ ਤਸਵੀਰਾਂ ਇੱਕ ਵਾਰੀ ਕਵਾਂਗਾ, ਕੈਮਰਾਮੈਨ ਨੂੰ ਕਵਾਂਗਾ ਕਿ ਲੰਗਰ ਦੀਆਂ ਜਿਹੜੀਆਂ ਤਸਵੀਰਾਂ ਉਹ ਵੀ ਦਿਖਾ ਦਿੱਤੀਆਂ ਜਾਣ, ਕਿਉਂਕਿ ਲੰਗਰ ਵੀ ਨਾਲੋਂ ਨਾਲ ਹੀ ਇੱਥੇ ਜਿਹੜਾ ਚੱਲਦਾ ਪਿਆ ਤੇ ਸੰਗਤਾਂ ਲੰਗਰ ਛਕਦੀਆਂ ਨੇ, ਕਿਸਾਨ ਵੀਰ ਲੰਗਰ ਛਕਦੇ ਨੇ, ਤੇ ਹੋਰ ਜਿਹੜੇ ਇੱਥੇ ਲਾਗੇ ਛਾਗੇ ਦੇ ਲੋਕ ਰਹਿੰਦੇ ਨੇ ਸ਼ਾਮ ਸਮੇਂ ਜਦ ਵੀ ਉਹ ਕੰਮਾਂ ਕਾਰਾਂ ਤੋਂ ਵਾਪਸ ਆਉਂਦੇ ਨੇ ਤੇ ਉਹ ਵੀ ਇੱਥੇ ਆ ਕੇ ਲੰਗਰ ਛਕਦੇ ਨੇ। ਤੋ ਇੱਥੇ ਹੁਣ ਇੱਥੇ ਕਬੱਡੀ ਦੇ ਜਿਹੜੇ ਖਿਡਾਰੀ ਆ ਉਹ ਸੇਵਾ ਵੀ ਕਰਦੇ ਆ, ਨਾਲੋਂ ਨਾਲ ਭਾਜੀ ਸੇਵਾ ਕਰਦੇ ਪਏ ਨੇ, ਕਬੱਡੀ ਖਿਡਾਰੀ ਨੇ। ਭਾਜੀ ਨਾਮ ਦੱਸਿਓ। ਬਿੰਦੂ ਫਰਾਲਾ ਜੀ, ਮੈਂ BBS ਰੋਡਕਾ ਟੀਮ ਦਾ ਕੋਚ ਹਾਂ ਜੀ, ਤੇ ਇੱਥੇ ਸੇਵਾ ਕਰਦੇ ਹਾਂ ਜੀ ਹੁਣ। ਤੇ ਤੁਹਾਡੀ ਦਿਨ ਵੇਲੇ ਉੱਧਰ ਡਿਊਟੀ ਰਹਿੰਦੀ ਆ, ਰਾਤ ਵੇਲੇ ਜਿਹੜੀ ਸੇਵਾ ਕਰਦੇ ਆ, ਫਿਰ ਤੁਸੀਂ ਆਪਣਾ ਜਿਹੜਾ ਨੀਂਦ ਕਦੋਂ ਪੂਰੀ ਕਰਦੇ? ਨੀਂਦ ਸੌਂ ਜਾਈਦਾ 10-11-12 ਵਜੇ ਸੌਂ ਜਾਈਦਾ, ਤੇ ਸਵੇਰੇ ਫੇਰ ਉੱਠ ਖੜੀਦਾ 6 ਵਜੇ ਉੱਠ ਖੜੀਦਾ, ਤੇ ਸਾਰੇ ਰਲ ਮਿਲ ਕੇ ਇੱਦਾਂ ਹੀ ਸੇਵਾ ਕਰੀ ਜਾਂਦੇ। ਥੱਕਦੇ ਨਹੀਂ, ਸਰੀਰ ਨਹੀਂ ਥੱਕਦਾ, ਕਿਉਂਕਿ ਇਹ ਕੰਮ ਹੀ ਇਦਾਂ ਦਾ ਆ। ਮੋਦੀ ਨੇ ਕਰ ਦਿੱਤਾ ਕਿ ਜੇ ਅੱਜ ਅਸੀਂ ਸੌਂ ਗਏ ਨਾ ਤਾਂ ਵੀ ਸਮਝ ਲਓ ਅਸੀਂ ਸੁੱਤੇ ਹੀ ਆ, ਮੁੜ ਕੇ ਅਸੀਂ ਉੱਠ ਨਹੀਂ ਸਕਦੇ। ਤੇ ਅੱਜ ਜੇ ਅਸੀਂ ਜਾ ਕੇ ਸਾਡੀ ਜ਼ਮੀਰ ਜਾਗਦੀ ਆ ਤੇ ਅਸੀਂ ਜਾਗਦੇ ਆ ਤਾਂ ਅਸੀਂ ਸਾਡੇ ਬੱਚੇ ਵੀ ਆਉਣੇ ਵਾਲੇ, ਭਵਿੱਖ ਸਾਡਾ ਜਿਹੜਾ ਆ ਉਹ ਉਜਵਲ ਰਹਿਣਾ। ਬਿਲਕੁਲ ਜੀ, ਇੱਕ ਤੁਸੀਂ ਮਾਂ ਖੇਡ ਕਬੱਡੀ ਨਾਲ ਸੇਵਾ ਕਰਦੇ ਪਏ ਹੋ, ਤੇ ਹੁਣ ਜਦੋਂ ਦੇਸ਼ ਦੇ ਅੰਨਦਾਤਾ ਦੇ ਉੱਪਰ ਸੰਕਟ ਆਇਆ ਤਾਂ ਤੁਸੀਂ ਇਹ ਸੇਵਾ ਫੜ ਲਈ ਹੈ, ਇਹ ਸੇਵਾ ਨਿਭਾਉਣ ਲੱਗ ਪਏ ਹੋ। ਤੇ ਇਸੇ ਤਰ੍ਹਾਂ ਕਬੱਡੀ ਦੇ ਖਿਡਾਰੀਆਂ ਦੀ ਇੱਕ ਵੱਡੀ ਜਿਹੜੀ ਦੇਣ ਆ ਉਹ ਸਾਹਮਣੇ ਆ ਰਹੀ ਹੈ ਕਿਸਾਨੀ ਸੰਘਰਸ਼ਾਂ ਦੇ ਵਿੱਚ, ਕਿਉਂਕਿ ਇਹ ਸਾਰੇ ਜਿਹੜੇ ਖਿਡਾਰੀ ਨੇ, ਜ਼ਿਆਦਾਤਰ ਖਿਡਾਰੀ ਜਿਹੜਾ ਇਹਨਾਂ ਦਾ ਪਿਛੋਕੜ ਹੁੰਦਾ ਹੈ ਉਹ ਕਿਸਾਨੀ ਕਿੱਤੇ ਦੇ ਨਾਲ ਹੀ ਜੁੜਿਆ ਹੁੰਦਾ ਹੈ। ਤੇ ਇਸੇ ਕਰਕੇ ਇਹ ਕਿਸਾਨ ਹੀ ਨੇ, ਇੱਕ ਕਿਸਮ ਦੇ ਖਿਡਾਰੀ ਬਾਅਦ 'ਚ ਨੇ, ਪਹਿਲਾਂ ਕਿਸਾਨ ਨੇ, ਤੇ ਹੁਣ ਕਿਸਾਨ ਦੇ ਰੂਪ ਵਿੱਚ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ ਤੇ ਲਗਾਤਾਰ ਇੱਥੇ ਜਿਹੜੀਆਂ ਆਪਣੀਆਂ ਅਹਿਮ ਭੂਮਿਕਾਵਾਂ ਨਿਭਾ ਰਹੇ ਨੇ। ਤੋ ਸੰਤ ਸੀਚੇਵਾਲ ਹੁਣਾਂ ਦੇ ਭੇਜੇ ਹੋਏ ਸੇਵਾਦਾਰਾਂ ਵੱਲੋਂ ਵੀ ਇੱਥੇ ਲੰਗਰ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ। ਇਹ ਸੇਵਾਦਾਰ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇੱਕ ਕਬੱਡੀ ਖਿਡਾਰੀ ਨੇ ਮਨਜਿੰਦਰ ਸੀਚੇਵਾਲ ਹੁਣੀ, ਇਹ ਸੰਤਾਂ ਦੇ ਸਹਿਯੋਗ ਨਾਲ ਇੱਥੇ ਜਿਹੜਾ ਲੰਗਰ ਚੱਲਦਾ ਪਿਆ ਉਹਦੇ ਬਾਰੇ ਥੋੜਾ ਸੰਗਤਾਂ ਨੂੰ ਦੱਸੋ। ਹਾਂਜੀ, ਨਹੀਂ ਆਪਣੇ ਬਾਬਾ ਜੀ ਦੀ ਬਹੁਤ ਸਪੋਰਟ ਹੈ ਸਾਨੂੰ, ਵੀ ਹਰ ਕੰਮ 'ਚ, ਗੇਮ 'ਚ, ਚਾਹੇ ਇਸ ਕੰਮ 'ਚ ਬਹੁਤ ਸਪੋਰਟ ਆਈ। ਪਰ ਮੈਨੂੰ ਪਹਿਲਾਂ ਜਿੱਦਾਂ ਚਲੋ ਇਸ ਚੀਜ਼ ਦਾ ਸਾਡਾ ਆਪਣੇ ਭਾਈ ਵੱਡੇ ਆ ਕੈਨੇਡਾ ਦੇ ਵਿੱਚ ਆ, ਗੁਰਪ੍ਰੀਤ ਭਾਈ, ਉਹਨਾਂ ਨੇ ਮੈਨੂੰ ਇਹ ਚੀਜ਼ ਲਈ ਵੀ ਜ਼ੋਰ ਪਾਇਆ ਵੀ ਤੈਨੂੰ ਇਹ ਕੰਮ ਕਰਨਾ ਚਾਹੀਦਾ, ਉੱਥੇ ਜਾ ਕੇ ਵੀ ਲੰਗਰ ਲਾਉਣਾ ਚਾਹੀਦਾ, ਵੀ ਉੱਥੇ ਸੰਗਤਾਂ ਦਾ ਇੱਦਾਂ ਵਾ। ਮੈਨੂੰ ਉਹਨਾਂ ਨੇ ਸਪੋਰਟ ਕੀਤੀ ਆ। ਬਾਅਦ ਦੇ ਵਿੱਚ ਵੱਡੇ ਭਾਈ ਆ ਅਮਰੀਕਾ ਤੋਂ, ਉਹਨਾਂ ਨੇ ਕਿਹਾ, ਅਮਰੀਕਾ ਤੋਂ ਭਾਜੀ ਹੋਰ ਵੀ ਆ, ਉਹਨਾਂ ਨੇ ਜਾਣੀ ਕਿ ਸਪੋਰਟ ਕੀਤੀ ਆ। ਉਹਨਾਂ ਦਾ ਕਰਕੇ ਫਿਰ ਚਲੋ ਉਹਨਾਂ ਨੇ ਮੈਨੂੰ ਸੇਵਾ ਵੀ ਪਾਈ ਆ, ਵੀ ਚਲੋ ਸੇਵਾ ਪਾਈ। ਇੱਥੇ ਆਣ ਕੇ ਚਾਹ ਪਕੌੜੇ ਦਾ ਮੈਂ ਸ਼ੁਰੂ ਕੀਤਾ ਲੰਗਰ। ਮੁੜ ਕੇ ਟੋਨੀ ਭਾਈ ਹੁਣੀ ਆ ਗਏ ਆ, ਉਹ ਕਹਿੰਦੇ ਵੀ ਆਪਾਂ ਇਕੱਠੇ ਕਰੀਏ ਆਪਾਂ ਇਹ ਕੰਮ, ਵੀ ਮੈਂ ਕਿਹਾ ਠੀਕ ਆ ਭਾਜੀ। ਤੇ ਬਾਕੀ ਬਾਅਦ 'ਚ ਹੁਣ ਮਹਾਰਾਜ ਦੀ ਕਿਰਪਾ ਨਾਲ ਇਕੱਠੇ ਇਹ ਭਾਜੀ ਇੱਕ ਹੋਰ ਭਾਜੀ ਨੇ ਸਾਡੇ ਨਾਲ, ਇਹ ਵੀ ਸੇਵਾ ਕਰਦੇ ਨੇ। ਭਾਈ ਤੁਸੀਂ ਕਹਿਣਾ ਚਾਹੁੰਦੇ? ਵੀ ਸਾਰਿਆਂ ਦੇ ਸੰਯੋਗ ਨਹੀਂ ਆ ਭਾਈ, ਜੋ ਵੀ ਆ ਭਾਈ ਹੁਣਾਂ ਨੇ ਕਾਲ ਕੀਤੀ, ਅਸੀਂ ਸਾਰੇ ਇੱਥੇ ਹਾਜ਼ਰ ਆ। ਹੁਣ ਇਹ ਆਪਣੇ ਜਦੋਂ ਤੱਕ ਇਹ ਧਰਨਾ ਚੱਲੂਗਾ ਅਸੀਂ ਖੜਾਂਗੇ ਨਾਲ ਬਰਾਬਰ। ਇਹ ਆਪਣੇ ਨਾਲ ਦੇ ਪਿੰਡ ਤੋਂ, ਮਾਲੇ ਤੋਂ, ਅਸੀਂ ਸੀਚੜ ਦੇ ਨਾਲ ਹੀ ਆ ਕਿਲੋਮੀਟਰ ਪਿੰਡ, ਇਹ ਵੀ ਆਏ ਆ ਇੱਥੇ ਸੇਵਾ ਕਰਨ ਤੋਂ। ਤਲਵੰਡੀ ਤੋਂ ਇੱਥੇ ਆਏ ਆ ਸੇਵਾਦਾਰ ਜੀ, ਤੇ ਆਪਣੇ ਮਾਲੂਪੁਰ ਤੋਂ ਆਏ ਆ ਜਿਹੜੇ ਆਪਣੇ ਕੱਪੜੇ ਦੀ ਸੇਵਾ ਕਰਦੇ ਆ, ਤੇ ਲਾ ਲਓ ਗਿੱਲਾਂ ਤੋਂ ਆ ਰਹੇ ਆ, ਤੇ ਚੱਕਾਂ ਤੋਂ ਆ ਚੁੱਕੇ ਆ। ਉਹ ਸਾਰਿਆਂ ਸਹਿਯੋਗ ਨਾਲ, ਏਰੀਏ ਦੇ ਨਾਲ, ਬੱਗਿਆਂ ਤੋਂ ਭਾਈ ਹੁਣੀ ਆ, ਮੰਗੀ ਭਾਈ, ਟੋਨੀ ਭਾਈ ਹੁਣੀ, ਚਲੋ ਉਹ ਨਾਲ ਹੀ ਆ, ਉਹ ਫਿਰ ਉਹਨਾਂ ਦੇ ਸਹਿਯੋਗ ਨਾਲ ਸਾਰੀ ਚੱਲ ਰਹੀ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਤੇ ਇਹ ਲੰਗਰ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿੱਤੀਆਂ ਜਾਣ, ਕਿਉਂਕਿ ਅਹਿਮ ਰੋਲ ਅਦਾ ਹੁੰਦਾ ਹੈ। ਪਹਿਲਾਂ ਲੰਗਰ ਪਕਾਉਣਾ, ਫਿਰ ਉਸ ਤੋਂ ਬਾਅਦ ਫਿਰ ਜਿਹੜਾ ਲੰਗਰ ਵਰਤਾਇਆ ਜਾਂਦਾ ਹੈ। ਚਾਵਲ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ, ਸਬਜ਼ੀ ਦਾ ਤੇ ਪ੍ਰਸ਼ਾਦਿਆਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ। 24 ਘੰਟੇ ਜਦੋਂ ਵੀ ਕਿਸੇ ਸੰਗਤਾਂ ਨੂੰ ਇੱਥੇ ਜ਼ਰੂਰਤ ਹੁੰਦੀ ਹੈ ਤੇ ਉਦੋਂ ਵੀ ਲੰਗਰ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ ਹੈ। ਮਟਰ ਪਨੀਰ ਦਾ ਇੱਥੇ ਜਿਹੜਾ ਲੰਗਰ ਤਿਆਰ ਕੀਤਾ ਗਿਆ ਤੇ ਪ੍ਰਸ਼ਾਦਿਆਂ ਦੀ ਜਿਹੜੇ ਇਸ ਵੇਲੇ ਪ੍ਰਸ਼ਾਦੇ ਪਕਾਏ ਜਾ ਰਹੇ ਨੇ, ਕਿਉਂਕਿ ਦੂਰ ਦਰਾਡੇ ਤੋਂ ਇੱਥੇ
ਕਿਸਾਨ ਪੁੱਜਾ ਹੋਇਆ, ਪੰਜਾਬ ਦਾ ਕਿਸਾਨ ਪੁੱਜਾ ਹੋਇਆ, ਹਰਿਆਣੇ ਦਾ ਕਿਸਾਨ ਪੁੱਜਾ ਹੋਇਆ। ਲੋਕਲ ਇੱਥੇ ਜਿਹੜੇ ਬਛਿੰਦੇ ਨੇ ਸੋਨੀਪਤ ਇਲਾਕੇ ਦੇ, ਦਿੱਲੀ ਦੇ ਬਛਿੰਦੇ ਨੇ, ਉਹ ਲੰਗਰ ਛਕਦੇ ਨੇ ਤੇ ਹੋਰਨਾਂ ਸੂਬਿਆਂ ਤੋਂ ਵੀ ਜਿਹੜੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਲੰਗਰ ਛਕਦੇ ਨੇ। ਖਾਸ ਕਰ ਇਹ ਇਸ ਲੰਗਰ ਦੀ, ਕਿਉਂਕਿ ਇਹ ਜਿੰਨੇ ਵੀ ਇੱਥੇ ਸੇਵਾਦਾਰ ਆ ਇਹ ਲੰਗਰ ਤਿਆਰ ਕਰਦੇ ਪਏ ਨੇ ਕਿ ਇਹ ਕੋਈ ਪੱਕੇ ਰਸੋਈਏ ਨਹੀਂ ਹੈਗੇ, ਇਹਨਾਂ ਨੂੰ ਪਹਿਲਾਂ ਕੋਈ ਲੰਗਰ ਤਿਆਰ ਕਰਨਾ ਨਹੀਂ ਹੁੰਦਾ। ਇਹ ਜ਼ਿਆਦਾਤਰ ਜਿਹੜੇ ਬੰਦੇ ਨੇ ਇੱਥੇ ਆ ਕੇ ਲੰਗਰ ਪਕਾਉਣਾ ਸਿੱਖ ਗਏ ਨੇ ਤੇ ਹੁਣ ਬਿਲਕੁਲ ਜਿਹੜੀ ਗੋਲ ਰੋਟੀ ਐਨ ਗੋਲ ਰੋਟੀ ਬੇਲਣ ਲੱਗ ਪਏ ਨੇ। ਤੋ ਜਿਹੜੇ ਲਗਾਤਾਰ ਸੇਵਾਦਾਰ ਇੱਥੇ ਆਏ ਨੇ, ਸੇਵਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਜ਼ਿਆਦਾਤਰ ਕਬੱਡੀ ਵਾਲੇ ਖਿਡਾਰੀ ਨੇ ਉਹ ਇੱਥੇ ਸੇਵਾ ਕਰਦੇ ਨੇ ਸਾਰਾ ਦਿਨ। ਉੱਧਰ ਵੀ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ, ਸਟੇਜ 'ਤੇ ਵੀ ਡਿਊਟੀਆਂ ਲੱਗੀਆਂ ਹੋਈਆਂ ਨੇ, ਸਟੇਜ 'ਤੇ ਵੀ ਡਿਊਟੀ ਨਿਭਾਉਂਦੇ ਨੇ ਤੇ ਇੱਥੇ ਲੰਗਰ ਦੇ ਵਿੱਚ ਜਦੋਂ ਸ਼ਾਮ ਨੂੰ ਲੰਗਰ ਪੱਕਦਾ ਜਾਂ ਸਵੇਰੇ ਲੰਗਰ ਪੱਕਦਾ ਤੇ ਉਸ ਦੇ ਵਿੱਚ ਵੀ ਇੱਥੇ ਜਿਹੜੀ ਇਹ ਸੇਵਾ ਨਿਭਾਉਂਦੇ ਨੇ।